कलयुग के तारणहारे शब्द गुरु, दसां ही पातशाहियां के आत्मिक स्वरूप, जुगो जुग अटल। धन धन सतगुरु श्री गुरु ग्रंथ साहिब महाराज सच्चे पातशाह जी दे पावन पवित्र हजूरी अंदर जुड़ बैठे गुरु खालसा साध संगत जीओ। सतगुरु जी की महान बख्शिश का सदका ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਗੁਰੂ ਸ਼ਬਦ ਦੇ ਵਿਚਾਰ ਅੰਦਰ ਤਿੰਨਾਂ ਜਗਿਆਸੂ ਜਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਦਰਸਾ ਰਹੇ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਹੈ। ਜਿਸ ਹਿਰਦੇ ਅੰਦਰ ਪਰਮੇਸ਼ਰ ਦੇ ਵਿਛੋੜੇ ਕਰਕੇ ਦੁੱਖ ਹੈ, ਉਹ ਜੀਵਨ ਦੇ ਅੰਦਰ ਹਰ ਸਮੇਂ ਯਤਨਸ਼ੀਲ ਰਹਿੰਦਾ ਕਿ ਮੈਨੂੰ ਪ੍ਰਮਾਤਮਾ ਮਿਲ ਜਾਵੇ। ਪਰਮੇਸ਼ਰ ਦੇ ਵਿਛੋੜੇ ਕਰਕੇ ਘੜੀ ਮਾਤਰ ਸਮਾਂ ਵੀ ਮੇਰੇ ਤੋਂ ਰਿਹਾ ਨਹੀਂ ਜਾ ਰਿਹਾ। ਮਨ ਵਿੱਚ ਭਾਵਨਾ ਬਣਾ ਕੇ ਹਰ ਸਮੇਂ ਯਤਨ ਕਰਦਾ ਹੈ, ਫਿਰ ਕਦੇ ਕਿਸੇ ਕੋਲ ਜਾ ਕੇ ਫਰਿਆਦ ਕਰਦਾ, ਕਦੇ ਕਿਸੇ ਕੋਲ ਜਾ ਕੇ ਬੇਨਤੀਆਂ ਕਰਦਾ ਕਿ ਕਿਹੜਾ ਢੰਗ ਕਿਹੜਾ ਤਰੀਕਾ ਹੈ ਜੀਵਨ ਦੇ ਅੰਦਰ, ਮੈਂ ਕਿਹੜਾ ਯਤਨ ਕਰਾਂ ਜਿਸ ਕਰਕੇ ਮੈਨੂੰ ਪਿਆਰਾ ਪ੍ਰਮਾਤਮਾ ਮਿਲ ਜਾਵੇ। ਕਿਉਂਕਿ ਉਸ ਵਾਹਿਗੁਰੂ ਦੇ ਸਰੂਪ ਆਨੰਦ ਤੋਂ ਬਿਨਾਂ ਜਿੰਨੇ ਵੀ ਸੰਸਾਰ ਭਰ ਦੇ ਸੁੱਖ ਹਨ, ਵਾਹਿਗੁਰੂ ਦੇ ਵਿਛੋੜੇ ਕਰਕੇ ਸਾਰੇ ਇਉਂ ਪ੍ਰਤੀਤ ਹੁੰਦਾ ਕਿ ਜਿਵੇਂ ਬਹੁਤ ਜ਼ਿਆਦਾ ਮੈਨੂੰ ਦੁੱਖ ਦੇ ਰਹੇ ਹਨ। ਕਿਸੇ ਵੀ ਸੰਸਾਰ ਦੇ ਸੁੱਖ ਦੇ ਵਿੱਚ ਮਨ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਭਾਵੇਂ ਤਮਾਮ ਸਾਰੇ ਦੁਨਿਆਵੀ ਸੁੱਖ ਪ੍ਰਮਾਤਮਾ ਨੇ ਦਿੱਤੇ ਹੈ, ਪਰ ਹਿਰਦੇ ਕਰਕੇ ਜਿਹੜਾ ਮਨ ਦੀ ਸ਼ਾਂਤੀ ਹੈ, ਪਰਮੇਸ਼ਰ ਦੇ ਸਰੂਪ ਦਾ ਜਿਹੜਾ ਆਨੰਦ ਹੈ, ਉਹ ਕਿਸੇ ਵੀ ਸੰਸਾਰ ਦੇ ਮਾਇਆ ਦੇ ਸੁੱਖ ਵਿੱਚ ਨਹੀਂ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਗੁਰਬਾਣੀ ਵਿੱਚ ਪਾਵਨ ਮੁਖ ਵਾਕ ਹਨ। ਕਹਿੰਦੇ ਜੋ ਵਾਹਿਗੁਰੂ ਦੇ ਪਿਆਰੇ ਪਰਮੇਸ਼ਰ ਦਾ ਜਾਪ ਕਰਦੇ ਆ, ਉਹਨਾਂ ਨੂੰ ਭਾਵੇਂ ਸੰਸਾਰ ਦੇ ਸੁੱਖ ਦੇਂਦਿਆਂ ਹੋਇਆਂ ਧਰਤੀ ਸਾਰੀ ਭਾਵੇਂ ਸੋਨੇ ਦੀ ਬਣਾ ਕੇ ਦੇ ਦਿੱਤੀ ਜਾਵੇ, ਪਰ ਫਿਰ ਵੀ ਮਹਾਰਾਜ ਕਹਿੰਦੀ ਪਰਮੇਸ਼ਰ ਦੇ ਸਰੂਪ ਤੋਂ ਬਿਨਾਂ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਮਹਾਰਾਜ ਇਹ ਜੋ ਕੁਝ ਵੀ ਸੰਸਾਰ ਦੇ ਸੁੱਖ ਹਨ, ਇਹ ਸਦਾ ਰਹਿਣ ਵਾਲੇ ਥੋੜ੍ਹਾ, ਇਹ ਸਦੀਵੀ ਕਾਲ ਵਾਸਤੇ ਨਹੀਂ ਹਨ। ਮਹਾਰਾਜ ਆਪ ਜੀ ਦਾ ਸਰੂਪ ਹੈ ਜੋ ਸਦਾ ਰਹਿਣ ਵਾਲਾ ਹੈ। ਇਸ ਲਈ ਦੁਨਿਆਵੀ ਸੁੱਖਾਂ ਦੀ ਕਰਕੇ ਸਾਡਾ ਮਨ ਭਿੱਜਦਾ ਨਹੀਂ ਹੈ। ਹੇ ਮਹਾਰਾਜ, ਜਦੋਂ ਤੱਕ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਉਦੋਂ ਤੱਕ ਮਹਾਰਾਜ ਸਾਡਾ ਮਨ ਬਾਰ-ਬਾਰ ਸੜਦਾ ਰਹਿੰਦਾ ਹੈ, ਬਾਰ-ਬਾਰ ਕ੍ਰਿਜਦਾ ਰਹਿੰਦਾ ਹੈ, ਬਾਰ-ਬਾਰ ਝੂਰਦਾ ਰਹਿੰਦਾ ਹੈ। ਐਸੇ ਜਿਹੜੇ ਜਗਿਆਸੂ ਜਨ ਹਨ, ਤਿੰਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਰਸਤਾ ਦਰਸਾਉਂਦੇ ਹੈ। ਕਿਉਂਕਿ ਜੀਵਨ ਦੇ ਅੰਦਰ ਜਿਵੇਂ ਪ੍ਰਤੱਖ ਕਿਸੇ ਮਨੁੱਖ ਨੇ ਕਿਸੇ ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚਣਾ ਹੋਵੇ, ਮੰਜ਼ਿਲ ਦੀ ਪ੍ਰਾਪਤੀ ਕਰਨੀ ਹੋਵੇ, ਤੇ ਉਸ ਮੰਜ਼ਿਲ ਦੇ ਤੱਕ ਪਹੁੰਚਣ ਦੇ ਵਿੱਚ ਵੀ ਬੜੀਆਂ ਵੱਡੀਆਂ ਰੁਕਾਵਟਾਂ ਬਣ ਜਾਂਦੀਆਂ ਨੇ। ਪ੍ਰਤੱਖ ਕੋਈ ਦੁਨਿਆਵੀ ਕਾਰਜ ਕਰਨਾ ਹੋਵੇ, ਮਨ ਵਿੱਚ ਮਿੱਥ ਲਵੇ ਕਿ ਮੈਂ ਇਸ ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚਣਾ, ਮੈਂ ਆਪਣੇ ਮੁਕਾਮ ਦੀ ਪ੍ਰਾਪਤੀ ਕਰਨੀ ਹੈ। ਤੇ ਸਾਧ ਸੰਗਤ ਜੀ, ਪ੍ਰਤੱਖ ਵੀ ਕਿੰਨੀਆਂ ਕਈ ਵਾਰ ਰੁਕਾਵਟਾਂ ਬਣ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਮਨੁੱਖ ਦੇ ਅੰਤਰੀਵ ਜਿਹੜੇ ਮੁਕਾਮ ਹਨ ਪਰਮੇਸ਼ਰ ਦੀ ਪ੍ਰਾਪਤੀ ਦਾ,
ਕਿ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰਨੀ ਹੈ। ਮੇਰਾ ਇਹੋ ਹੀ ਜ਼ਿੰਦਗੀ ਦਾ ਮਨੋਰਥ ਹੈ, ਮੇਰਾ ਇਹੋ ਹੀ ਨਿਸ਼ਾਨਾ ਹੈ। ਇਸ ਵਿੱਚ ਵੀ ਸਾਧ ਸੰਗਤ ਜੀ ਬੜੀਆਂ ਵੱਡੀਆਂ ਵੱਡੀਆਂ ਰੁਕਾਵਟਾਂ ਹਨ। ਸੰਸਾਰ ਦੀਆਂ ਜੋ ਰੁਕਾਵਟਾਂ ਹਨ, ਇਹ ਤਾਂ ਕਿਸੇ ਨਾ ਕਿਸੇ ਦੀ ਸਹਾਇਤਾ ਲੈ ਕਰਕੇ, ਕਿਸੇ ਮਨੁੱਖ ਦੇ ਅੱਗੇ ਫਰਿਆਦ ਕਰਕੇ, ਕੋਈ ਨਾ ਕੋਈ ਯਤਨ ਕਰਕੇ ਉਹਨਾਂ ਤੋਂ ਰਾਹਤ ਪ੍ਰਾਪਤ ਕਰ ਸਕਦਾ ਹੈ, ਆਪਣਾ ਰਸਤਾ ਸਾਫ਼ ਬਣਾ ਸਕਦਾ ਹੈ। ਪਰ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਜਿਹੜੀਆਂ ਰੁਕਾਵਟਾਂ ਹਨ, ਉਹ ਸਤਿਗੁਰੂ ਜੀ ਦਾ ਆਸਰਾ ਲਏ ਤੋਂ ਬਿਨਾਂ ਕਦਾਚਿਤ ਵੀ ਜੀਵ ਆਪਣੇ ਰਸਤੇ ਨੂੰ ਸਾਫ਼ ਨਹੀਂ ਕਰ ਸਕਦਾ। ਮਹਾਰਾਜ ਜੀ ਦੇ ਸ਼ਬਦ ਦਾ ਆਸਰਾ ਲੈਣਾ ਪੈਂਦਾ ਹੈ। ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਜੀ ਦੇ ਸ਼ਬਦ ਦਾ ਆਸਰਾ ਲਿਆ, ਤਿਨਾਂ ਨੇ ਵਿਕਾਰਾਂ ਦੀਆਂ, ਔਗਣਾਂ ਦੀਆਂ, ਪਾਪ ਕਰਮਾਂ ਦੀਆਂ, ਪੂਰਬਲੇ ਮਾੜੇ ਸੰਸਕਾਰਾਂ ਦੀਆਂ ਰੁਕਾਵਟਾਂ ਸਭ ਪਾਸੇ ਹਟਾ ਦਿੱਤੀਆਂ ਨੇ। ਪਰਮਾਰਥ ਦਾ ਰਸਤਾ ਤਿਨਾਂ ਵਾਸਤੇ ਫਿਰ ਸਾਫ਼ ਹੋ ਗਿਆ। ਜਿੱਥੇ ਵਿਕਾਰਾਂ ਦੀਆਂ ਰੁਕਾਵਟਾਂ ਨੇ, ਸਾਧ ਸੰਗਤ ਜੀ ਵਿਸ਼ਿਆਂ ਦੀਆਂ ਰੁਕਾਵਟਾਂ ਨੇ, ਪੂਰਬਲੇ ਪਾਪ ਕਰਮਾਂ ਦੀਆਂ, ਮਾੜੇ ਸੰਸਕਾਰਾਂ ਦੀਆਂ ਰੁਕਾਵਟਾਂ ਨੇ, ਉੱਥੇ ਆਲਸ ਦੀ ਰੁਕਾਵਟ ਵੀ ਬਹੁਤ ਵੱਡੀ ਹੈ। ਜ਼ਿੰਦਗੀ ਦੇ ਅੰਦਰ ਮਨੁੱਖ ਆਲਸ ਕਰਦਾ ਹੈ, ਵੀ ਬੜੀ ਵੱਡੀ ਇੱਕ ਰੁਕਾਵਟ ਹੈ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਪ੍ਰਥਾਏ ਹੀ ਉਪਦੇਸ਼ ਦੇ ਕਰਕੇ ਬਖਸ਼ਿਸ਼ ਕਰ ਰਹੇ ਆ। ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਵੰਜ ਮੇਰੇ ਆਲਸਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਗਿਆਸੂ ਮੁਖ ਦੁਆਰਾ ਬਖਸ਼ਿਸ਼ ਕਰ ਰਹੇ ਹੈ। ਇਉਂ ਮਨ ਵਿੱਚ ਪ੍ਰਤੀਤੀ ਬਣਾ ਕਰਕੇ ਸਰਵਣ ਕਰੀਏ ਕਿ ਮਹਾਰਾਜ ਸਾਨੂੰ ਬੇਨਤੀ ਕਰਨ ਦੀ ਜਾਚ ਦੱਸ ਰਹੇ ਹਨ। ਜਿਵੇਂ ਕਿ ਜਗਿਆਸੂ ਮੁਖ ਦੁਆਰਾ ਮਹਾਰਾਜ ਬਖਸ਼ਿਸ਼ ਕਰਦੇ ਹੈ ਨਾ, ਇਹ ਮਨ ਵਿੱਚ ਸਾਡੇ ਪ੍ਰਤੀਤ ਹੋਵੇ, ਭਰੋਸਾ ਹੋਵੇ ਕਿ ਸਤਿਗੁਰੂ ਜੀ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ। ਕਿਵੇਂ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕੇ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ, ਵੰਜ ਮੇਰੇ ਆਲਸਾ। ਹੇ ਮੇਰੇ ਜੀਵਨ ਦੇ ਵਿੱਚ ਪਏ ਹੋਏ ਆਲਸ ਦਲਿੱਦਰ, ਵੰਜ ਤੂੰ ਚਲਾ ਜਾ। ਵੰਜ ਕਹਿੰਦੇ ਨੇ ਚਲੇ ਜਾਣ ਨੂੰ। ਹੇ ਮੇਰੇ ਜੀਵਨ ਦੇ ਵਿੱਚ ਪਏ ਹੋਏ ਆਲਸ ਐ ਦਲਿੱਦਰ ਤੂੰ ਚਲਾ ਜਾ। ਜੇਕਰ ਤੂੰ ਨਹੀਂ ਚਲਾ ਜਾਂਦਾ, ਕਿਉਂਕਿ ਜੀਵਨ ਦੇ ਵਿੱਚ ਤੇਰੇ ਆਉਣੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਬੜੀ ਵੱਡੀ ਰੁਕਾਵਟ ਬਣ ਰਹੀ ਹੈ। ਇੱਕ ਚਿੱਤ ਹੋ ਕਰਕੇ ਮੈਂ ਪ੍ਰਮਾਤਮਾ ਦੀ ਬੰਦਗੀ ਨਹੀਂ ਕਰ ਪਾ ਰਿਹਾ। ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦਾ ਸਿਮਰਨ ਨਹੀਂ ਕਰ ਰਿਹਾ। ਇਹ ਆਲਸ ਤੋਂ ਇਸ ਕਰਕੇ ਵੰਜ ਭਾਵ ਚਲਾ ਜਾ। ਵੰਜ ਮੇਰੇ ਆਲਸਾ। ਤੇ ਸਾਧ ਸੰਗਤ ਜੀ, ਜਿਹੜਾ ਆਲਸ ਹੈ ਨਾ, ਇੱਕ ਤਨ ਕਰਕੇ ਹੁੰਦਾ ਤੇ ਇੱਕ ਮਨ ਕਰਕੇ ਆਲਸ ਹੁੰਦਾ ਹੈ। ਇੱਕ ਤਨ ਕਰਕੇ ਆਲਸ ਹੁੰਦਾ ਹੈ, ਉਹ ਬਾਰ-ਬਾਰ ਬਹਾਨੇ ਬਣਾਈ ਜਾਂਦਾ ਕਿ ਕਦੇ ਮੇਰਾ ਸਿਰ ਦੁਖਦਾ ਹੈ, ਕਦੇ ਗੋਡੇ ਪੀੜ ਹੁੰਦੇ ਆ, ਕਦੇ ਬਹੁਤੀ ਨੀਂਦਰ ਆ ਰਹੀ ਹੈ। ਕਈ ਪ੍ਰਕਾਰ ਦੇ ਤਨ ਕਰਕੇ ਬਹਾਨੇ ਬਣਦੇ ਹਨ। ਇੱਕ ਮਨ ਕਰਕੇ ਆਲਸ ਆਉਂਦਾ। ਉਹ ਇਹੋ ਹੁੰਦਾ ਕਿ ਕਈ ਵਾਰ ਗੁਰਮੁਖ ਜਨ ਬੰਦਗੀ ਕਰ ਰਹੇ ਹੁੰਦੇ ਨੇ, ਗੁਰਬਾਣੀ ਦਾ ਪਾਠ ਅਸੀਂ ਕਰਦੇ ਹਾਂ, ਚਾਹੇ ਸਿਮਰਨ ਕਰ ਰਹੇ ਹੁੰਦੇ ਆ, ਉਵੇਂ ਤਾਂ ਸਾਧ ਸੰਗਤ ਜੀ ਥੋੜੀ ਕੀਤੇ ਮਨ ਟਿਕਦਾ ਹੀ ਨਹੀਂ ਹੈ। ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੀ ਨਹੀਂ ਹੈ। ਬਹੁਤੇ ਸੰਸਾਰ ਦੇ ਵਿਸ਼ੇ ਸੁੱਖਾਂ ਦੇ ਰਸਾਂ ਨੂੰ ਮਨ ਵਿੱਚ ਧਾਰਨ ਕਰਨੇ ਕਰਕੇ ਪਰਮੇਸ਼ਰ ਦੇ ਨਾਮ ਦਾ ਰਸ ਇਸ ਕਰਕੇ ਛੇਤੀ ਪ੍ਰਾਪਤ ਨਹੀਂ ਹੁੰਦਾ। ਜੇ ਥੋੜਾ ਬਹੁਤਾ ਰਸ ਆਉਂਦਾ ਵੀ ਹੈ ਤੇ ਮਨ ਕਰਕੇ ਫਿਰ ਆਲਸ ਬਣ ਜਾਂਦਾ। ਜਦੋਂ ਦਲਿੱਦਰ ਆਉਂਦਾ ਤੇ ਮਨ ਹੋਰ ਹੀ ਸੰਸਾਰ ਦੀਆਂ ਚਿਤਵਨੀਆਂ ਚਿਤਵਣ ਲੱਗ ਪੈਂਦਾ ਹੈ ਕਿ ਹੁਣ ਤਾਂ ਮੈਨੂੰ ਰਸ ਆਉਣ ਲੱਗ ਪਿਆ। ਫਿਰ ਮਨ ਦੇ ਉੱਪਰ ਜੀਵ ਕਰੜਾ ਪਹਿਰਾ ਦੇਣੋਂ ਛੱਡ ਦਿੰਦਾ। ਪਰ ਮਨ ਦਾ ਸੁਭਾਅ ਇਦਾਂ ਦਾ
ਕਿ ਜੇ ਥੋੜਾ ਜਿੰਨਾ ਵੀ ਪੈਰਾ ਇਹਦੇ ਤੇ ਦੇਣਾ ਛੱਡ ਦਿੱਤਾ, ਫਿਰ ਉਸੇ ਸਮੇਂ ਸੰਸਾਰ ਦੇ ਵਿੱਚ ਜੁਟ ਜਾਂਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਣ ਲੱਗ ਪੈਂਦਾ ਹੈ। ਸੰਸਾਰ ਦੀਆਂ ਚਿਤਵਨੀਆਂ ਵਿੱਚ ਉਸੇ ਸਮੇਂ ਲੱਗ ਜਾਂਦਾ ਹੈ। ਪਰ ਤਾਂ ਹੀ ਗੁਰਮੁਖ ਪਿਆਰੇ ਮਨ ਦੇ ਉੱਪਰ ਕਰੜਾ ਪਹਿਰਾ ਦੇ ਕਰਕੇ ਰੱਖਦੇ ਆ। ਥੋੜਾ ਬਹੁਤਾ ਵੀ ਢਿੱਲ ਕਰੇ ਨਾ, ਆਲਸ ਕਰੇ, ਤੇ ਉਸੇ ਸਮੇਂ ਤਾੜਨਾ ਕਰਦੇ ਆ। ਤਾੜ ਕੇ ਫਿਰ ਮਹਾਰਾਜ ਜੀ ਦੇ ਸ਼ਬਦ ਦੇ ਨਾਲ ਮਨ ਨੂੰ ਜੋੜ ਲੈਂਦੇ ਹਨ। ਔਰ ਇਸ ਲਈ ਮਹਾਰਾਜ ਹਜੂਰ ਕਹਿੰਦੇ ਨੇ, ਵੰਝ ਮੇਰੇ ਆਲਸਾ, ਹੇ ਆਲਸ ਐ ਦਲਿੱਦਰ, ਤੂੰ ਮੇਰੇ ਜੀਵਨ ਦੇ ਵਿੱਚ ਆਇਆ ਹੋਇਆ, ਤੂੰ ਚਲਾ ਜਾ। ਹਰ ਪਾਸ ਬੇਨੰਤੀ, ਕਿਉਂਕਿ ਮੈਂ ਪਰਮੇਸ਼ਰ ਦੇ ਪਾਸ ਬੇਨਤੀ ਕਰਨੀ ਹੈ, ਪਰਮਾਤਮਾ ਜੀ ਦੇ ਚਰਨਾਂ ਵਿੱਚ ਮੈਂ ਅਰਦਾਸ ਕਰਨੀ ਹੈ, ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰਨੀ। ਇਸ ਕਰਕੇ ਵੰਝ ਮੇਰੇ ਆਲਸਾ, ਹੇ ਆਲਸ, ਤੇਰਾ ਆਉਣੇ ਕਰਕੇ ਮੈਂ ਪ੍ਰਮਾਤਮਾ ਦੇ ਚਰਨਾਂ ਵਿੱਚ ਇੱਕ ਚਿੱਤ ਹੋ ਕਰਕੇ ਅਰਦਾਸ ਵੀ ਨਹੀਂ ਕਰ ਪਾ ਰਿਹਾ। ਕਿਉਂਕਿ ਬਹੁਤਾਤ ਦੇ ਵਿੱਚ ਸਾਧ ਸੰਗਤ ਜੀ ਸਾਡੇ ਜੀਵਨ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਹੈ। ਉਵੇਂ ਤਾਂ ਕਈ ਵਾਰ ਅਸੀਂ ਨਿਤਨੇਮ ਵੀ ਪੂਰਾ ਨਹੀਂ ਕਰਦੇ। ਜਪਜੀ ਸਾਹਿਬ ਦੇ ਕਈ 5 ਪੌੜੀਆਂ ਪੜ੍ਹ ਕੇ ਸਮਾਪਤੀ ਕਰ ਦਿੱਤੀ ਜਾਂਦੀ ਹੈ, ਜਾਂ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ। ਪਰ ਜੋ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਾਂ ਕਹਿ ਲਈਏ 5 ਪਿਆਰੇ ਸਹਿਬਾਨ, ਸਤਿਗੁਰੂ ਜੀ ਦਾ ਖਾਲਸੇ ਨੂੰ ਹੁਕਮ ਹੈ 5 ਬਾਣੀਆਂ ਅੰਮ੍ਰਿਤ ਵੇਲੇ ਨਿਤਨੇਮ ਕਰਨਾ, ਔਰ ਸ਼ਾਮ ਦੇ ਸਮੇਂ ਰਹਿਰਾਜ ਸਾਹਿਬ ਵਿਰਾਜਣ ਵੇਲੇ ਕੀਰਤਨ ਸੋਹਲੇ ਗੁਰਬਾਣੀ ਦਾ ਜਾਪ ਕਰਨਾ। ਇਹ ਹਰ ਇੱਕ ਸਿੱਖ ਦੇ ਵਾਸਤੇ ਇਹਦਾ ਫਰਜ਼ ਬਣਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। ਔਰ ਜੇ ਨਿਤਨੇਮ ਕਰਦੇ ਹਾਂ, ਬਲ ਤਾਂ ਕੋਈ ਨਿਤਨੇਮ ਹੀ ਸਾਡੇ ਵਿੱਚ ਪੂਰਾ ਨਹੀਂ ਕਰਦਾ। ਜੇ ਨਿਤਨੇਮ ਕਰਦਾ ਵੀ ਹੈ ਤੇ ਫਿਰ ਅਰਦਾਸ ਕਰਨ ਤੋਂ ਬੜੇ ਸੀ ਆਲਸੀ ਬਣ ਜਾਂਦੇ ਹਾਂ ਕਿ ਮਹਾਰਾਜ ਸਾਡੇ ਤੋਂ ਖਲੋਤਾ ਨਹੀਂ ਜਾਂਦਾ, ਹੁਣ ਥੱਕ ਗਏ ਆ। ਉੱਥੇ ਨਿਤਨੇਮ ਕਰਦੇ ਆ, ਕਈ ਵਾਰ ਸਲੇਟਣਾ ਸ਼ੁਰੂ ਕਰ ਦਿੰਦੇ ਆ, ਜੀ ਸਾਨੂੰ ਨੀਂਦ ਆ ਗਈ ਹੈ। ਪਰ ਅਰਦਾਸ ਕਰਨਾ ਇਹ ਵੀ ਸਾਧ ਸੰਗਤ ਜੀ ਸਿੱਖ ਦਾ ਫਰਜ਼ ਹੈ। ਮਹਾਰਾਜ ਸਾਹਿਬ ਜੀ ਦਾ ਸਿੱਖ ਵਾਸਤੇ ਹੁਕਮ ਹੈ ਕਿ ਅਰਦਾਸ ਕਰਨੀ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਤੱਕ ਅਰਦਾਸ ਨਹੀਂ ਨਾ ਕੀਤੀ ਜਾਂਦੀ, ਉਦੋਂ ਤੱਕ ਭੁੱਲਾਂ ਨਹੀਂ ਕਦੇ ਬਖਸ਼ਾਈਆਂ ਜਾ ਸਕਦੀਆਂ। ਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਉੱਠਣ ਦਾ ਬਲ ਬਖਸ਼ਿਆ। ਹੇ ਸਤਿਗੁਰੂ ਜੀ, ਨਿਤਨੇਮ ਕਰਨ ਦਾ ਬਲ ਬਖਸ਼ਿਆ। ਹੇ ਗਰੀਬ ਨਵਾਜ, ਨਿਤਨੇਮ ਕਰਦਿਆਂ ਤੋਂ, ਸਿਮਰਨ ਕਰਦਿਆਂ ਤੋਂ ਮਹਾਰਾਜ ਹੋਈਆਂ ਭੁੱਲਾਂ ਦੀ ਆਪ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਮਹਾਰਾਜ ਸਾਨੂੰ ਬਖਸ਼ ਲੈਣਾ, ਖਿਮਾ ਕਰ ਦੇਣੀ। ਅੰਮ੍ਰਿਤ ਵੇਲੇ ਉੱਠ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ। ਮਹਾਰਾਜ ਆਪ ਨੇ ਤਰਸ ਕੀਤਾ, ਮੇਰੇ ਤੇ ਦਇਆ ਕੀਤੀ, ਗਰੀਬ ਨਵਾਜ ਅੰਮ੍ਰਿਤ ਵੇਲੇ ਉੱਠਣ ਦਾ ਬਲ ਬਖਸ਼ਿਆ। ਜੇ ਮਹਾਰਾਜ ਅੰਮ੍ਰਿਤ ਵੇਲੇ ਉੱਠਣ ਦਾ ਬਲ ਬਖਸ਼ਿਆ ਤੇ ਕਿਰਪਾ ਕਰੋ ਹੁਣ ਆਲਸ ਨਾ ਕਿਤੇ ਆ ਜਾਵੇ। ਮਹਾਰਾਜ ਸੁਚੇਤ ਹੋ ਕਰਕੇ ਨਿਤਨੇਮ ਕਰ ਸਕਾਂ, ਮਹਾਰਾਜ ਇੱਕ ਚਿੱਤ ਹੋ ਕਰਕੇ ਆਪ ਜੀ ਦੀ ਪਾਵਨ ਗੁਰਬਾਣੀ ਪੜ੍ਹ ਸਕਾਂ, ਇਹ ਕਿਰਪਾ ਕਰਕੇ ਮੈਨੂੰ ਬਲ ਬਖਸ਼ਣਾ। ਨਹੀਂ ਤੇ ਨਿਤਨੇਮ ਕਰਦੇ ਵੀ ਸਾਧ ਸੰਗਤ ਜੀ ਆਲਸ ਆਉਂਦਾ। ਉਬਾਚੀਆਂ ਲੈਣੀਆਂ ਸ਼ੁਰੂ ਕਰ ਦਿੰਦੇ, ਹੱਥ ਵਿੱਚ ਗੁਟਕਾ ਸਾਹਿਬ ਫੜਿਆ ਹੁੰਦਾ, ਪੋਥੀ ਸਾਹਿਬ ਹੱਥ ਵਿੱਚ ਹੁੰਦੀ ਹੈ, ਤੇ ਕਿੰਨੀ ਵਾਰ-ਵਾਰ ਉਬਾਚੀਆਂ ਲਈ ਜਾਂਦੇ ਹਾਂ। ਫਿਰ ਕਦੇ ਇੱਧਰ ਨੂੰ ਉਸਲਵੱਟ ਭੰਨਦੇ, ਕਦੇ ਕਿਸੇ ਪਾਸੇ ਉਸਲਵੱਟ ਭੰਨਣ ਲੱਗ ਪੈਂਦੇ ਆ। ਇਹ ਆਲਸ ਹੈ। ਤੇ ਇਹ ਵਿਚਾਰ ਕਰਕੇ ਦੇਖਣਾ, ਜਦੋਂ ਦੁਨਿਆਵੀ ਗੱਲਾਂ ਕਰਦੇ ਆ ਨਾ, ਉਦੋਂ ਨਹੀਂ ਮਾਸਾ ਵੀ ਆਲਸ ਆਉਂਦਾ। ਉਦੋਂ ਭਾਵੇਂ ਜਿੰਨਾ ਮਰਜ਼ੀ ਬੰਦਾ ਥੱਕਿਆ ਟੁੱਟਿਆ ਹੋਵੇ ਨਾ, ਸਾਰਾ ਦਿਨ ਕੰਮ ਕਰਦਾ ਹੋਵੇ, ਤੇ ਗੱਲਾਂ ਕਰਦੇ ਨਹੀਂ ਥੋੜਾ ਜਿੰਨਾ ਵੀ ਆਲਸ ਆਉਂਦਾ। ਜਾਂ ਕੋਈ ਸੀਰੀਅਲ ਨਾਟਕ ਕੋਈ ਦੇਖ ਰਿਹਾ ਹੋਵੇ, ਕੋਈ ਸਾਧ ਸੰਗਤ ਜੀ ਪਿਕਚਰ ਦੇਖ ਰਿਹਾ ਹੋਵੇ, ਉਦੋਂ ਤਾਂ ਕੋਈ ਆਲਸ ਨਹੀਂ ਆਉਂਦਾ। ਮਹਾਰਾਜ ਕਹਿੰਦੇ ਬੜੀ ਵੱਡੀ ਰੁਕਾਵਟ ਹੈ ਪਰਮੇਸ਼ਰ ਦੇ ਨਾਲ ਮਿਲਣ ਦੇ ਵਿੱਚ, ਪਰਮਾਰਥ ਦੇ ਰਸਤੇ ਤੇ ਚੱਲਦਿਆਂ ਹੋਇਆਂ ਦਲਿੱਦਰ ਦੇ ਆਲਸ ਦੀ ਬਹੁਤ ਵੱਡੀ ਰੁਕਾਵਟ ਹੈ। ਇਸ ਰੁਕਾਵਟ ਨੂੰ ਦੂਰ ਕਰਨ ਦੇ ਵਾਸਤੇ ਹਜੂਰ ਕਹਿੰਦੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਕਿਉਂਕਿ ਆਪਣਾ ਜ਼ੋਰ ਤਾਂ ਨਹੀਂ ਨਾ ਕੋਈ, ਆਪਣਾ ਕੋਈ ਸਾਡਾ ਬਲ ਤਾਂ ਥੋੜਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਹੈ ਗਰੀਬ ਨਵਾਜ ਆਪ ਨੇ ਕਿਰਪਾ ਕੀਤੀ ਹੈ। ਮਹਾਰਾਜ ਜੇ ਆਪਣੇ ਚਰਨਾਂ ਦਾ ਪਿਆਰ ਬਖਸ਼ਿਆ, ਮਹਾਰਾਜ ਸਿੱਖੀ ਬਖਸ਼ੀ ਅਤੇ ਸਿੱਖੀ ਕਮਾਉਣ ਦਾ ਬਲ ਬਖਸ਼ੋ।
ਆਪ ਜੀ ਦੇ ਬਚਨਾਂ ਨੂੰ ਮਹਾਰਾਜ ਜੀਵਨ ਦੇ ਢਾਲਣ ਦਾ ਬਲ ਬਖਸ਼ੋ, ਕਿਰਪਾ ਕਰਕੇ ਉਦਮ ਬਖਸ਼ਿਸ਼ ਕਰੋ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਇਹ ਅਰਦਾਸ ਕਰਨੀ ਚਾਹੀਦੀ ਹੈ। ਔਰ ਅਰਦਾਸ ਹੀ ਸਾਧ ਸੰਗਤ ਜੀ ਜੀਵ ਦੀ ਦਲਿੱਦਰਤਾ ਔਰ ਆਲਸ ਨੂੰ ਦੂਰ ਕਰਦੀ ਹੈ, ਜਿਸ ਕਰਕੇ ਫਿਰ ਸੁਚੇਤ ਹੋ ਕਰਕੇ ਉਦਮੀ ਹੋ ਕੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਚਿਤ ਬਿਰਤੀ ਨੂੰ ਜੋੜਦਾ ਹੈ। ਮਹਾਰਾਜ ਜੀ ਦੇ ਗੁਰਬਾਣੀ ਵਿੱਚ ਫਰਮਾਨ ਹਨ, ਹੇ ਜੀਵ ਰੂਪ ਸਖੀ ਪ੍ਰਭ ਮਿਲਨੇ ਕੀ ਲਾਲਸਾ, ਤਾ ਤੇ ਆਲਸ ਕਹਾ ਕਰੋ ਰੀ। ਹੇ ਜੀਵ ਰੂਪ ਸਖੀ, ਪਰਮੇਸ਼ਰ ਦੇ ਨਾਲ ਮਿਲਣ ਦੀ ਤੇਰੇ ਮਨ ਵਿੱਚ ਆਸਾ ਲੱਗੀ ਹੈ, ਫਿਰ ਤਾ ਤੇ ਆਲਸ ਕਹਾ ਕਰੋ ਰੀ। ਫਿਰ ਇਹਦੇ ਵਿੱਚ ਆਲਸ ਕਾਹਦੇ ਵਾਸਤੇ ਕਰਨਾ? ਤੂੰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਤੇਰੇ ਮਨ ਵਿੱਚ ਇੱਛਾ ਹੀ ਹੈ ਨਾ, ਲਾਲਸਾ ਜਾਗੀ ਹੈ ਕਿ ਵਾਹਿਗੁਰੂ ਦੇ ਸਰੂਪ ਦੀ ਮੈਨੇ ਪ੍ਰਾਪਤੀ ਕਰਨੀ ਹੈ। ਪਰ ਜੇ ਪ੍ਰਾਪਤੀ ਕਰਨੀ ਹੈ ਤੇ ਫਿਰ ਆਲਸ ਕਿਉਂ ਕਰਦੀ ਹੈ? ਜੇ ਸਾਧ ਸੰਗਤ ਜੀ ਪ੍ਰਤੱਖ ਵੀ ਹੈ, ਜੇ ਕਿਸੇ ਰਾਜੇ ਦੀ ਕੋਈ ਰਾਣੀ ਹੋਵੇ ਤੇ ਸਾਧ ਸੰਗਤ ਜੀ ਕਿੰਨੀਆਂ ਰਾਣੀਆਂ ਹੋਣ, ਵਾਰੀ-ਵਾਰੀ ਸੇਵਾ ਦਾ ਮੌਕਾ ਮਿਲਦਾ ਹੈ। ਜੇ ਰਾਣੀ ਦੇ ਮਨ ਵਿੱਚ ਇੱਛਾ ਹੈ ਕਿ ਮੈਂ ਵੀ ਰਾਜੇ ਦੇ ਚਰਨਾਂ ਦੀ ਸੇਵਾ ਕਰਾਂ, ਮੁੱਠੀ ਚਾਪੀ ਕਰਾਂ, ਮੈਨੂੰ ਪ੍ਰਸੰਨਤਾ ਪ੍ਰਾਪਤ ਹੋਵੇਗੀ। ਤੇ ਜੇ ਮਨ ਵਿੱਚ ਆਲਸੀ ਆਈ ਜਾਵੇ, ਦਲਿੱਦਰ ਹੀ ਪਈ ਜਾਵੇ, ਤੇ ਉਹਨੇ ਸੇਵਾ ਕਿੱਦਾਂ ਕਰਨੀ ਹੈ? ਉਹ ਸੇਵਾ ਤਾਂ ਨਹੀਂ ਨਾ ਆਪਣੇ ਪਤੀ ਦੀ ਕਰ ਸਕੇਗੀ, ਰਾਜੇ ਦੀਆਂ ਖੁਸ਼ੀਆਂ ਤਾਂ ਨਹੀਂ ਨਾ ਮਾਣ ਸਕੇਗੀ। ਇਸੇ ਪ੍ਰਕਾਰ ਰਾਜਾ ਰੂਪ ਪ੍ਰਮਾਤਮਾ ਅਕਾਲ ਪੁਰਖ ਹੈ, ਇਹ ਜੀਵ ਰੂਪ ਸਖੀ ਹੈ। ਮਹਾਰਾਜ ਕਹਿੰਦੇ ਜੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਨ ਵਿੱਚ ਇੱਛਾ ਧਾਰਨ ਕੀਤੀ ਹੈ ਕਿ ਮੈਂ ਵੀ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਨ ਦੇ ਵਾਸਤੇ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਕਰਾਂ, ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਦਾ ਨਾਮ ਜਪ ਕੇ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਵਾਂ। ਪਰ ਜੇ ਆਲਸੀ ਕਰੀ ਜਾਵੇ ਤੇ ਫਿਰ ਕਿੱਦਾਂ ਸਿਮਰਨ ਕਰੇਗਾ? ਜੇ ਬਾਰ-ਬਾਰ ਦਲਿੱਦਰ ਹੀ ਧਾਰਨ ਕਰੀ ਜਾਵੇ, ਦਲਿੱਦਰੀ ਬਣ ਕਰਕੇ ਰਹੇ, ਤੇ ਫਿਰ ਕਿਵੇਂ ਅੰਮ੍ਰਿਤ ਵੇਲੇ ਉੱਠਣਾ, ਕਿਵੇਂ ਇਸ਼ਨਾਨਪਨ ਕਰਕੇ ਨਿਤਨੇਮ ਕਰਨਾ, ਕਿਵੇਂ ਪ੍ਰਮਾਤਮਾ ਦਾ ਸਿਮਰਨ ਕਰਨਾ? ਨਹੀਂ ਕਰ ਸਕੇਗਾ। ਇਸ ਲਈ ਮਹਾਰਾਜ ਹਜੂਰ ਕਹਿੰਦੇ ਹਨ, ਵੰਝ ਮੇਰੇ ਆਲਸਾ ਹਰ ਪਾਸ ਬੇਨੰਤੀ। ਹੇ ਦਲਿੱਦਰ ਤੂੰ ਚਲਾ ਜਾ, ਮੈਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਅਥਵਾ ਵੰਝ ਮੇਰੇ ਆਲਸਾ ਹਰ ਪਾਸ ਬੇਨੰਤੀ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਜੀਵ ਰੂਪ ਸਖੀ ਦੁਆਰਾ, ਹੇ ਦਲਿੱਦਰ ਤੂੰ ਚਲਾ ਜਾ, ਜੇ ਨਾ ਗਿਆ ਹਰ ਪਾਸ ਬੇਨੰਤੀ, ਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਮੈਂ ਫਿਰ ਅਰਦਾਸ ਕਰਾਂਗੀ। ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕਰਾਂਗਾ ਤੇ ਮਹਾਰਾਜ ਫਿਰ ਤੈਨੂੰ ਚੰਗੀ ਤਰ੍ਹਾਂ ਅਭਾਵ ਕਰ ਦੇਣਗੇ। ਫਿਰ ਦਲਿੱਦਰ ਚੰਗੀ ਤਰ੍ਹਾਂ ਤੈਨੂੰ ਖਤਮ ਕਰ ਦੇਣਗੇ, ਮਿਟਾ ਦੇਣਗੇ। ਜੇ ਤੂੰ ਨਾ ਆਪਣੇ ਆਪ ਗਿਆ ਤੇ ਫਿਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਆਸਰਾ ਲੈ ਕੇ ਤੈਨੂੰ ਅਭਾਵ ਕਰਾਂਗਾ। ਰਾਵੋ ਸਹੁ ਆਪਨੜਾ। ਜਦੋਂ ਇਹ ਆਲਸ ਤੋਂ ਚਲਾ ਜਾਵੇਗਾ ਨਾ, ਤਾਂ ਫਿਰ ਆਪਣਾ ਸਹੁ ਜੋ ਮਾਲਕ ਸਾਡਾ ਪਤੀ ਪਰਮੇਸ਼ਰ ਹੈ, ਉਹਦੇ ਸਰੂਪ ਦਾ ਮੈਂ ਆਨੰਦ ਮਾਣ ਸਕਾਂਗੀ। ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਮੈਂ ਤਾਂ ਮਾਣਾਂਗੀ। ਵੰਝ ਮੇਰੇ ਆਲਸਾ, ਹੈ ਆਲਸ ਹੈ ਦਲਿੱਦਰ ਜਦੋਂ ਤੂੰ ਚਲਾ ਜਾਵੇਗਾ, ਜਦੋਂ ਪਿਆਰ ਵਿੱਚ ਭੇਜ ਕਰਕੇ ਉਦਮ ਦੇ ਨਾਲ, ਮਨ ਵਿੱਚ ਸ਼ਰਧਾ ਤੇ ਭਾਵਨਾ ਦੇ ਨਾਲ ਪਰਮੇਸ਼ਰ ਰੂਪ ਚਰਨਾਂ ਦੇ ਨਾਮ ਰੂਪ ਚਰਨਾਂ ਦੀ ਸੇਵਾ ਕਰ ਸਕਾਂਗੀ। ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਪਿਆਰ ਪ੍ਰਾਪਤ ਕਰਾਂਗੀ। ਇਹ ਆਲਸ ਤੂੰ ਚਲਾ ਜਾਵੇਗਾ ਤਾਂ ਹੀ ਇਹ ਦਾਤ ਮੈਨੂੰ ਪ੍ਰਾਪਤ ਹੋਵੇਗੀ। ਪ੍ਰਭ ਸੰਗ ਸੁਹੰਤੀ। ਫਿਰ ਪ੍ਰਮਾਤਮਾ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਣੇ ਕਰਕੇ ਮੈਂ ਸੋਭਾ ਵਾਲੀ ਬਣ ਜਾਵਾਂਗੀ, ਮੈਂ ਸੁਹਾਗਵਤੀ ਅਖਵਾਵਾਂਗੀ। ਜਦੋਂ ਮੈਨੂੰ ਪਤੀ ਪਰਮੇਸ਼ਰ ਮਿਲ ਜਾਵੇਗਾ, ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇਗੀ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਭੇਰਤਾ ਪਾ ਲਵਾਂਗੀ। ਇਸ ਕਰਕੇ ਇਹ ਆਲਸ ਤੂੰ ਚਲਾ ਜਾ, ਪਰਮਾਤਮਾ ਦੇ ਚਰਨਾਂ ਵਿੱਚ ਮੈਂ ਅਰਦਾਸ ਕਰਨੀ ਹੈ, ਵਾਹਿਗੁਰੂ ਦੇ ਚਰਨਾਂ ਦਾ ਪਿਆਰ ਪਾਉਣ ਦੇ ਵਾਸਤੇ ਬੇਨਤੀ ਕਰਨੀ ਹੈ। ਸੰਗੇ ਸੁਹੰਤੀ ਕੰਤ ਸੁਆਮੀ। ਕੰਤ ਨਾਮ ਪਤੀ ਦਾ ਪਰਮੇਸ਼ਰ ਦਾ ਹੈ, ਸਾਰੀ ਸ੍ਰਿਸ਼ਟੀ ਦਾ ਸੁਆਮੀ ਜੋ ਮਾਲਕ ਹੈ, ਐਸਾ ਮਹਾਰਾਜ ਕਹਿੰਦੇ ਹੋ ਪਰਮਾਤਮਾ ਪਤੀ ਸਾਡਾ ਮਾਲਕ ਪਰਮੇਸ਼ਰ ਹੈ। ਉਸ ਪਤੀ ਪਰਮੇਸ਼ਰ ਦੇ ਨਾਲ ਹੀ ਮੈਂ ਸੋਭਾ ਵਾਲੀ ਬਣਾਂਗੀ। ਦਿਨ ਸਰੈਣੀ ਰਾਵੀਐ। ਤੇ ਦਿਨ ਦਿਨੇ ਤੇ ਰਹਿਣੀ ਰਾਤ, ਭਾਵ 8 ਪਹਿਰ, ਹਰ ਸਮੇਂ ਪਰਮਾਤਮਾ ਦੇ ਸਰੂਪ ਦਾ ਫਿਰ ਮੈਂ ਆਨੰਦ ਮਾਣਾਂਗੀ।
ਜਦੋਂ ਪਿਆਰਾ ਪਰਮੇਸ਼ਰ ਮੈਨੂੰ ਮਿਲ ਜਾਵੇਗਾ, ਵਾਹਿਗੁਰੂ ਦੇ ਸਰੂਪ ਦੀ ਜਦੋਂ ਸਖਿਆਤਤਾ ਹੋ ਜਾਵੇਗੀ, ਤਾਂ ਫਿਰ ਦਿਨ ਸਰੈਣ ਰਾਵੀਐ, ਦਿਨੇ ਵੀ ਰਾਤ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਰਾਵੀ ਹੈ, ਜਸ ਉਚਾਰਨ ਕਰਾਂਗੇ। ਅਥਵਾ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਦਿਨ ਸਰੈਣ ਹੀ ਰਾਵੀ ਹੈ, ਦਿਨੇ ਵੀ ਰਾਤ ਵੀ ਅੱਠੇ ਪਹਿਰ ਇੱਕ ਤੈ ਲਿਵੈ, ਮੰਨੇਨ ਹੁਕਮ ਅਪਾਰ। ਜਿਨ੍ਹਾਂ ਨੇ ਰਾਤ ਦਿਨੇ ਅੱਠੇ ਪਹਿਰ ਪਰਮੇਸ਼ਰ ਦਾ ਜਸ ਉਚਾਰਨ ਕੀਤਾ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦੇ ਐ, ਮਹਾਰਾਜ ਕਹਿੰਦੇ ਤਿੰਨਾਂ ਜੀਵ ਰੂਪ ਸਖੀਆਂ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਿਆ ਹੈ। ਜਿਵੇਂ ਹਜੂਰ ਦਾ ਬਚਨ ਹੈ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਹ ਵਾਹਿਗੁਰੂ ਦੇ ਪਿਆਰੇ ਜਨਾਂ ਦੇ ਹਿੱਸੇ ਆਇਆ। ਉੱਠਦਿਆਂ ਵੀ ਬਹਿੰਦਿਆਂ ਵੀ, ਫਿਰ ਵਿਸ਼ਰਾਮ ਕਰਦਿਆਂ ਵੀ, ਚੱਲਦਿਆਂ ਫਿਰਦਿਆਂ ਵੀ, ਊਠਤ ਬੈਠਤ ਸੋਵਤ ਜਾਗਤ, ਮਾਰਗ ਚਲਤ ਹਰੇ ਹਰ ਧਿਆਈਐ। ਹਰ ਸਮੇਂ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਰੱਖਦੇ ਐ। ਮਹਾਰਾਜ ਕਹਿੰਦੇ ਐਸੇ ਜੀਵ ਰੂਪ ਸਖੀਆਂ ਪਰਮੇਸ਼ਰ ਦਾ ਨਾਮ ਜਪਣ ਵਾਲੀਆਂ, ਉਹ ਪ੍ਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਕਰਕੇ ਸੋਭਾ ਵਾਲੀਆਂ ਬਣੀਆਂ ਹਨ। ਸਾਸ ਸਾਸ ਚਿਤਾਰ ਜੀਵਾ। हे ਮਹਾਰਾਜ, ਹਰ ਇੱਕ ਸਵਾਸ ਦੇ ਨਾਲ ਜੇ ਤੁਹਾਨੂੰ ਚੇਤੇ ਕਰਦੇ ਆ ਨਾ, ਤਾਂ ਹੀ ਜੀਵਾਂ, ਤਾਂ ਹੀ ਜੀਵਤ ਭਾਅ ਦੇ ਵਿੱਚ ਹਾਂ। ਅਸਲ ਜੀਵਨ ਹੀ ਮਹਾਰਾਜ ਤਾਂ ਹੈ ਜੇ ਸਵਾਸ ਗਰਾਸ ਤੁਹਾਡਾ ਚਿੰਤਨ ਕਰਦੇ ਹਾਂ। ਆਖਾਂ ਜੀਵਾ ਵਿਸਰੈ ਮਰ ਜਾਓ, ਨਹੀਂ ਤਾਂ ਮਹਾਰਾਜ ਸਾਡੀ ਆਤਮਿਕ ਮੌਤ ਹੁੰਦੀ ਹੈ। हे ਗਰੀਬ ਨਵਾਜ, ਜਿਵੇਂ ਮੱਛੀ ਪਾਣੀ ਤੋਂ ਬਾਹਰ ਕੱਢ ਦਈਏ ਤੜਪ ਤੜਪ ਕੇ ਮਰਦੀ ਹੈ, ਇਸੇ ਤਰ੍ਹਾਂ ਤੁਹਾਡੇ ਨਾਮ ਤੋਂ ਬਿਨਾਂ ਮਹਾਰਾਜ ਸਾਡੇ ਹਿਰਦੇ ਦੀ ਤੜਫਣਾ ਬਣ ਜਾਂਦੀ ਹੈ। ਮਹਾਰਾਜ ਸਾਡਾ ਹਿਰਦਾ ਰੂਪ ਜਿਹੜੀ ਇਹ ਮੱਛੀ ਹੈ ਨਾ, ਇਹ ਬਾਰ-ਬਾਰ ਤੜਫਦੀ ਹੈ, ਕ੍ਰਿਜਦੀ ਹੈ, ਤੜਪ ਤੜਪ ਕਰਕੇ ਮਹਾਰਾਜ ਸਾਡੀ ਮੌਤ ਹੁੰਦੀ ਹੈ। ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ, ਮਨ ਤੜਫਦਾ ਰਹਿੰਦਾ, ਬਾਰ-ਬਾਰ ਭਟਕਦਾ ਰਹਿੰਦਾ ਹੈ। ਇਸ ਲਈ हे ਗਰੀਬ ਨਵਾਜ, ਅਕਾਲ ਪੁਰਖ ਵਾਹਿਗੁਰੂ ਜੀ ਸਾਸ ਸਾਸ ਚਿਤਾਰ ਜੀਵਾ। ਮਹਾਰਾਜ ਸਵਾਸ ਲੈਂਦੇ ਆ, ਸਵਾਸ ਮਹਾਰਾਜ ਬਾਹਰ ਕੱਢਦੇ ਆ ਤੇ ਅੰਦਰ ਸਰੀਰ ਦੇ ਵਿੱਚ ਲੈਂਦਿਆਂ ਹੋਇਆ ਹਰ ਸਵਾਸ ਤੇ ਗਰਾਸ ਦੇ ਨਾਲ ਹੀ, ਤੇ ਸਵਾਸ ਤੇ ਮਹਾਰਾਜ ਗਰਾਸ ਜਿਹੜਾ ਗਰਾਹੀ ਮੁਖ ਦੇ ਵਿੱਚ ਪਾਉਂਦੇ ਆ ਹਰ ਸਮੇਂ, ਹਰ ਇੱਕ ਸਵਾਸ ਦੇ ਨਾਲ ਹੀ ਤੁਹਾਡਾ ਚਿੰਤਨ ਕਰਦੇ, ਤਾਂ ਹੀ ਅਸੀਂ ਜੀਵਤ ਭਾਅ ਦੇ ਵਿੱਚ ਰਹਿੰਦੇ ਹਾਂ, ਤਾਂ ਹੀ ਮਹਾਰਾਜ ਅਸਲ ਸਾਡਾ ਜਿਉਣਾ ਹੈ। ਪ੍ਰਭ ਪੇਖ ਹਰ ਗੁਣ ਗਾਵੀਐ। ਔਰ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਭ ਥਾਵਾਂ ਦੇ ਪੇਖ ਦੇਖਦਿਆਂ ਹੋਇਆ ਮਨ ਬੁੱਧ ਰੂਪ ਨੇਤਰਾਂ ਵਿੱਚ ਵਿਚਾਰ ਦੀ ਨਿਗਾਹ ਧਾਰਨ ਕਰਕੇ ਕਿ ਪਰਮੇਸ਼ਰ ਆਪ ਸਭ ਥਾਵਾਂ ਤੇ ਸਾਨੂੰ ਦੇਖ ਰਹੇ ਹੋ। ਮਹਾਰਾਜ ਆਪ ਜੀ ਦਾ ਸਰੂਪ ਸਰਬ ਵਿਆਪਕ ਹੈ, ਸਭ ਥਾਵਾਂ ਤੇ ਦੇਖਦਿਆਂ ਹੋਇਆਂ ਪ੍ਰਭ ਪੇਖ ਹਰ ਗੁਣ ਗਾਵੀਐ, ਤੇ ਪ੍ਰਭੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਾਂ। ਉਹ ਜੀਵ ਰੂਪ ਸਖੀਆਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਾਖਿਆਤ ਕੀਤਾ ਹੈ, ਮਹਾਰਾਜ ਕਹਿੰਦੇ ਹਰ ਘਟ ਦੇ ਅੰਦਰ ਪ੍ਰਮਾਤਮਾ ਦੀ ਜੋਤ ਜਾਣ ਕੇ, ਸਭ ਥਾਵਾਂ ਤੇ ਪਰਮੇਸ਼ਰ ਨੂੰ ਵਿਆਪਕ ਜਾਣ ਕਰਕੇ ਵਾਹਿਗੁਰੂ ਦੇ ਗੁਣ ਗਾਉਂਦੀਆਂ ਹਨ। ਬਿਰਹਾ ਲਜਾਇਆ ਦਰਸ ਪਾਇਆ। ਬਿਰਹਾ ਲੱਜਾਇਆ, ਇਹ ਅਦਕ ਦੇ ਸਹਿਤ ਉਚਾਰਨ ਕਰਨਾ ਹੈ। ਲੱਜਾਇਆ ਭਾਵ ਲੱਜਾਵਾਨ ਹੋ ਜਾਣਾ, ਸ਼ਰਮਸ਼ਾਰ ਹੋ ਜਾਣਾ। ਬਿਰਹਾ ਜਿਹੜਾ ਵਿਛੋੜਾ ਸੀ ਨਾ ਪਰਮੇਸ਼ਰ ਦੀ ਪ੍ਰਾਪਤੀ ਦਾ ਪਿਆ ਹੋਇਆ, ਜੋ ਪੂਰਬਲੇ ਸੰਸਕਾਰਾਂ ਕਰਕੇ, ਪੂਰਬਲੇ ਮਾੜੇ ਕਰਮਾਂ ਕਰਕੇ ਪ੍ਰਮਾਤਮਾ ਤੋਂ ਵਿਛੜੇ ਹੋਏ ਸਾਂ। ਸਾਧ ਸੰਗਤ ਜੀ, ਇੱਕ ਕਰਮ ਹੀ ਹਨ, ਮਨੁੱਖ ਦੇ ਚੰਗੇ ਤੇ ਮੰਦੇ ਕਰਮਾਂ ਕਰਕੇ ਪ੍ਰਮਾਤਮਾ ਦੀ ਨੇੜਤਾ ਬਣਦੀ ਹੈ, ਤੇ ਕਰਮਾਂ ਕਰਕੇ ਹੀ ਪਰਮੇਸ਼ਰ ਤੋਂ ਵਿਛੋੜਾ ਹੁੰਦਾ। ਇਹ ਕਰਮਾਂ ਕਰਕੇ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। हे ਜੀਵ, ਆਪੋ ਆਪਣੇ ਸੰਸਾਰ ਦੇ ਅੰਦਰ ਤੁਹਾਡੀ ਪਰਾਰਬਧ ਹੈ, ਕਮਾਈ ਹੋਈ ਤੁਹਾਡੇ ਕਰਮ ਹਨ। ਕਰਮਾਂ ਦਾ ਫਲ ਹੀ ਹੈ ਪਰਮਾਤਮਾ ਦੇ ਨੇੜੇ ਲੈ ਜਾਂਦਾ ਹੈ, ਤੇ ਮਾੜੇ ਕਰਮਾਂ ਦਾ ਫਲ ਪਰਮੇਸ਼ਰ ਤੋਂ ਦੂਰ ਲੈ ਜਾਂਦਾ ਹੈ। ਦੂਰ ਕਿਵੇਂ ਲੈ ਜਾਂਦਾ? ਉਹ ਰੱਬ ਨੂੰ ਕਦੇ ਚੇਤੇ ਹੀ ਨਹੀਂ ਕਰਦਾ, ਕਿਉਂਕਿ ਹੈ ਮੰਦੇ ਚੰਗੇ ਜੀਵਾਂ ਦੇ ਵਿੱਚ ਤਾਂ ਪ੍ਰਮਾਤਮਾ ਅੰਦਰ ਹੀ ਬੈਠਾ ਜੋਤ ਰੂਪ ਹੋ ਕਰਕੇ, ਪਰ ਅੰਦਰ ਹੁੰਦਾ ਹੋਇਆ ਵੀ ਰੱਬ ਕਦੇ ਉਹਨਾਂ ਨੂੰ ਚੇਤੇ ਨਹੀਂ ਆਉਂਦਾ। ਇੰਨੇ ਮਾੜੇ ਕਰਮ, ਇੰਨੇ ਪਾਪ ਕਰਮ ਕੀਤੇ ਹੁੰਦੇ ਆ, ਜੇ ਕੋਈ ਚੇਤੇ ਕਰਾਉਣ ਦਾ ਯਤਨ ਵੀ ਕਰਦਾ, ਉਹਨੂੰ ਵੀ ਇੱਕ ਦੀਆਂ ਚਾਰ ਸੁਣਾਉਂਦੇ। ਇਹਨਾਂ ਮਨਮੁਖਾਂ ਸਾਖਤ ਪੁਰਸ਼ਾਂ ਦੇ ਇਦਾਂ ਦਾ ਸੁਭਾਅ ਬਣ ਜਾਂਦਾ।
ਪੂਰਬਲੇ ਮਾੜੇ ਸੰਸਕਾਰਾਂ ਦਾ ਬਹੁਤਾ ਜ਼ਿਆਦਾ ਜ਼ੋਰ ਹੋਣੇ ਕਰਕੇ ਜੇ ਕੋਈ ਗੁਰਮੁਖ ਪਿਆਰਾ ਕਹੇ ਵੀ ਨਾ ਕਿ ਭਲਿਆ ਨਾਮ ਜਪ ਲੈ, ਪ੍ਰਮਾਤਮਾ ਦਾ ਸਿਮਰਨ ਕਰ ਲਿਆ ਕਰ, ਤੇਰਾ ਜੀਵਨ ਸਫਲਾ ਹੋ ਜਾਵੇਗਾ, ਤੇ ਅੱਗੋਂ ਸਾਖਤ ਪੁਰਸ਼ਾਂ ਦਾ ਜਵਾਬ ਹੁੰਦਾ, ਨਹੀਂ ਇਹ ਤਾਂ ਜੀ ਵਿਹਲਿਆਂ ਦਾ ਕੰਮ ਹੈ। ਮਹਾਰਾਜ ਦੀ ਸੰਗਤ ਵਿੱਚ ਆ ਕਰਕੇ ਬੈਠਣਾ, ਸਿਮਰਨ ਕਰਨਾ, ਅਸੀਂ ਤਾਂ ਕੰਮ ਧੰਦਿਆਂ ਵਾਲੇ ਆ, ਸੰਸਾਰ ਦੇ ਅੰਦਰ ਕੰਮ ਕਾਜ ਕਰਨ ਵਾਲੇ, ਇਹ ਤੁਹਾਡਾ ਵਿਹਲਿਆਂ ਦਾ ਕੰਮ ਤੁਸੀਂ ਕਰਿਆ ਕਰੋ। ਇਹ ਪੂਰਬਲੇ ਮਾੜੇ ਸੰਸਕਾਰਾਂ ਦੀ ਨਿਸ਼ਾਨੀ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਬਿਰਹਾ ਲਜਾਇਆ ਦਰਸ ਪਾਇਆ। ਜਦੋਂ ਪਰਮਾਤਮਾ ਦੀ ਦਰਸ਼ਨ ਪ੍ਰਾਪਤ ਹੋ ਗਏ ਹੈ ਨਾ, ਜਿਹੜਾ ਵਿਛੋੜਾ ਬਾਰ-ਬਾਰ ਦੁੱਖ ਦਿੰਦਾ ਸੀ, ਪਰਮੇਸ਼ਰ ਦੀ ਪ੍ਰਾਪਤੀ ਨਾ ਹੋਣੇ ਕਰਕੇ ਮਹਾਰਾਜ ਕਹਿੰਦੇ ਬਿਰਹਾ, ਉਹ ਵਿਛੋੜਾ ਵੀ ਫਿਰ ਲੱਜਾਵਾਨ ਹੋ ਗਿਆ, ਸ਼ਰਮਸ਼ਾਰ ਹੋ ਗਿਆ ਕਿ ਮੈਂ ਤਾਂ ਇਹ ਜੀਵ ਰੂਪ ਸਖੀ ਨੂੰ ਬਾਰ-ਬਾਰ ਤੜਫਾਉਂਦਾ ਪਿਆ ਸਾਂ, ਬਾਰ-ਬਾਰ ਦੁਖੀ ਕਰ ਰਿਹਾ ਸਾਂ, ਪਰ ਇਹਨੂੰ ਪ੍ਰਮਾਤਮਾ ਦੇ ਦੀਦਾਰ ਪ੍ਰਾਪਤ ਹੋ ਗਏ, ਫਿਰ ਲੱਜਾਵਾਨ ਹੋ ਕਰਕੇ ਚਲਾ ਜਾਂਦਾ ਹੈ। ਆਮਿਓ ਦ੍ਰਿਸ਼ਟ ਸੇ ਚੰਤੀ, ਤੇ ਇਹ ਦਾਤ ਕਿਵੇਂ ਪ੍ਰਾਪਤ ਹੋਈ ਹੈ? ਆਮਿਓ ਦ੍ਰਿਸ਼ਟ ਸਿੰਚੰਤੀ, ਇਹ ਟਿੱਪੀ ਦੀ ਸਹਿਤ ਉਚਾਰਨ ਹੈ। ਆਮਿਓ ਦ੍ਰਿਸ਼ਟ ਸਿੰਚੰਤੀ, ਮਹਾਰਾਜ ਕਹਿੰਦੇ ਜਦੋਂ ਪ੍ਰਮਾਤਮਾ ਨੇ ਅੰਮ੍ਰਿਤਮਈ ਦ੍ਰਿਸ਼ਟੀ ਪਾਵਨਾ ਕੀਤੀ ਹੈ। ਸਿੰਚੰਤੀ ਨਾਮ ਇਕੱਤਰਤਾ ਦਾ ਹੈ। ਜਦੋਂ ਜੀਵ ਦੇ ਨਿਸ਼ਕਾਮ ਕਰਮਾਂ ਦੀ ਇਕੱਤਰਤਾ ਹੋ ਜਾਂਦੀ ਹੈ ਨਾ, ਜੀਵ ਚੰਗੇ ਕਰਮ ਕਰਦਾ ਹੈ, ਮਨ ਵਿੱਚ ਕੋਈ ਮੁਰਾਦ, ਕੋਈ ਇੱਛਾ ਨਹੀਂ ਧਾਰਨ ਕਰਦਾ, ਨਿਸ਼ਕਾਮ ਹੋ ਕੇ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਪ੍ਰਮਾਤਮਾ ਜੀ ਤੇ ਤਰੁੱਟ ਕਰਕੇ ਫਿਰ ਅੰਮ੍ਰਿਤਮਈ ਦ੍ਰਿਸ਼ਟੀ ਕਰਦਾ ਹੈ। ਨਹੀਂ ਤਾਂ ਜਿਨ੍ਹਾਂ ਕੋ ਨਾਮ ਜਪਦਾ, ਜਿਨ੍ਹਾਂ ਕੋ ਭਜਨ ਬੰਦਗੀ ਕਰਦਾ, ਦੁਨਿਆਵੀ ਆਸਾਂ ਲੈ ਲੈ ਕਰਕੇ, ਇੱਛਾਵਾਂ ਕਰ ਕਰਕੇ ਉਹਨਾਂ ਕੋ ਫਲ ਪਾਈ ਜਾਂਦਾ, ਉਹਨਾਂ ਕੋ ਸੰਸਾਰ ਦੇ ਸੁੱਖ ਮਾਣੀ ਜਾਂਦਾ। ਪਰ ਜੋ ਗੁਰਮੁਖ ਪਿਆਰੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਆ, ਸੇਵਾ ਕਰਤ ਹੋਏ ਨਿਹਕਾਮੇ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨਾਂ ਨੂੰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਅਮਿਓ ਦ੍ਰਿਸ਼ਟ ਸਿੰਚੰਤੀ, ਅੰਮ੍ਰਿਤਮਈ ਦ੍ਰਿਸ਼ਟੀ ਪ੍ਰਮਾਤਮਾ ਨੇ ਜਿਨ੍ਹਾਂ ਤੇ ਪਾਈ ਹੈ, ਹਜੂਰ ਕਹਿੰਦੇ ਹਨ ਉਹਨਾਂ ਨੂੰ ਪ੍ਰਮਾਤਮਾ ਨੇ ਆਪਣੇ ਦੀਦਾਰ ਬਖਸ਼ੇ ਹਨ, ਤੇ ਇਹਨਾਂ ਦੇ ਸਭ ਆਸਾ ਤ੍ਰਿਸ਼ਨਾ ਦੇ ਕਪਟੇ ਖੋਲ ਦਿੱਤੇ ਹਨ। ਔਰ ਸਾਧ ਸੰਗਤ ਜੀ, ਜਿਨ੍ਹਾਂ ਆਸਾ ਤ੍ਰਿਸ਼ਨਾ ਦੇ ਕਰਕੇ ਪ੍ਰਮਾਤਮਾ ਕਦੇ ਮਿਲਦਾ ਨਹੀਂ ਸੀਗਾ, ਕਿਉਂਕਿ ਇਸ ਜ਼ਿੰਦਗੀ ਭਰ ਮਨੁੱਖ ਕੋਈ ਨਾ ਕੋਈ ਜੀਵਨ ਦੇ ਵਿੱਚ ਆਸ ਲਾਈ ਜਾਂਦਾ ਹੈ, ਲਾਈ ਜਾਂਦਾ ਹੈ। ਆਸਾ ਨਹੀਂ ਕਦੇ ਵੀ ਮੁੱਕਦੀ, ਮਨੁੱਖ ਮੁੱਕ ਜਾਂਦਾ ਹੈ, ਆਸਾਂ ਲਾਉਂਦਾ ਲਾਉਂਦਾ ਸੰਸਾਰ ਤੋਂ ਤੁਰ ਜਾਂਦਾ ਸਰੀਰ ਤਿਆਗ ਕੇ, ਪਰ ਆਸਾ ਨਹੀਂ ਕਦੇ ਚਿੱਤ ਵੀ ਮੁੱਕਦੀ। ਹਜੂਰ ਦਾ ਮੁੱਖ ਵਾਕ ਹੈ, ਆਸਾ ਕਰਤਾ ਜਗ ਮੁਆ, ਆਸਾ ਮਰੈ ਨਾ ਜਾਏ। ਹਜੂਰ ਨੇ ਉਚਾਰਨ ਕੀਤਾ ਹੈ, ਆਸਾ ਨਹੀਂ ਕਦੇ ਵੀ ਮੁੱਕਦੀ, ਮਨੁੱਖ ਲਾਉਂਦਾ ਲਾਉਂਦਾ ਆਸਾ ਇੱਥੋਂ ਮੁੱਕ ਜਾਂਦਾ, ਚਲਾ ਜਾਂਦਾ ਹੈ। ਇਸ ਕਰਕੇ ਜਿਹੜੀ ਆਸਾ ਤੇ ਤ੍ਰਿਸ਼ਨਾ ਸੀ ਨਾ, ਇਹ ਕਦੇ ਵੀ ਪਰਮੇਸ਼ਰ ਦੇ ਨਾਲ ਜੀਵ ਨੂੰ ਮਿਲਣ ਨਹੀਂ ਸੀ ਦਿੰਦੀ। ਪਰਮਾਤਮਾ ਨੇ ਤਰਸ ਕੀਤਾ, ਹਿਰਦੇ ਦਾ ਪਿਆਰ ਦੇਖ ਕਰਕੇ ਅੰਮ੍ਰਿਤਮਈ ਦ੍ਰਿਸ਼ਟੀ ਪਾਈ ਹੈ, ਤਾਂ ਵਾਹਿਗੁਰੂ ਨੇ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ੇ ਹਨ। ਤਾਂ ਫਿਰ ਕਹਿੰਦੇ ਜਿਹੜਾ ਵਿਛੋੜਾ ਸੀ ਨਾ, ਦੁਖਦਾਇਕ ਲੱਜਾਵਾਨ ਹੋ ਕੇ ਚਲਾ ਗਿਆ ਹੈ। ਬਿਨਵੰਤ ਨਾਨਕ ਮੇਰੀ ਇੱਛ ਪੁੰਨੀ, ਸਤਿਗੁਰੂ ਜੀ ਕਹਿੰਦੇ ਹਨ, ਜੀਵ ਰੂਪ ਸਖੀ ਦੁਆਰਾ ਫਰਮਾਉਂਦੇ ਹੈ, ਜੋ ਮਨ ਦੀ ਸਾਡੀ ਇੱਛਾ ਸੀ ਨਾ, ਪੁੰਨੀ ਪੁੱਜ ਗਈ ਹੈ, ਪੂਰੀ ਹੋ ਗਈ ਹੈ। ਲੰਬੇਰੀ ਸਮੇਂ ਤੋਂ ਮਨ ਦੇ ਵਿੱਚ ਅਸੀਂ ਇੱਛਾ ਧਾਰਨ ਕੀਤੀ ਹੋਈ ਸੀ, ਮਹਾਰਾਜ ਕਦੋਂ ਸੁਭਾਗਾ ਦਿਨ ਆਵੇਗਾ। ਹੇ ਗਰੀਬ ਨਵਾਜ, ਜਦੋਂ ਆਪ ਜੀ ਦੇ ਸਰੂਪ ਦੀ ਸਾਨੂੰ ਸਾਖਿਆਤਤਾ ਹੋਵੇਗੀ, ਮਹਾਰਾਜ ਭਾਵੇਂ ਸਾਡੇ ਹਿਰਦੇ ਘਰ ਦੇ ਅੰਦਰ ਹੀ ਆਪ ਦੀ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਹੇ ਹੋ, ਪਰ ਮੈਨੂੰ ਪ੍ਰਤੱਖ ਰੂਪ ਦੇ ਵਿੱਚ ਤਾਂ ਤੁਹਾਡੇ ਦਰਸ਼ਨ ਨਹੀਂ ਨਾ ਪ੍ਰਾਪਤ ਹੋਏ। ਮਹਾਰਾਜ ਸਾਖਸ਼ਾਤਤਾ ਹੋ ਕਰਕੇ ਆਪਨੇ ਦਰਸ਼ਨ ਨਹੀਂ ਨਾ ਮੈਨੂੰ ਬਖਸ਼ੇ। ਇਹ ਜੀਵ ਰੂਪ ਸਖੀ ਦੇ ਮਨ ਵਿੱਚ ਬੜੇ ਸਮੇਂ ਤੋਂ ਇੱਛਾ ਧਾਰਨ ਕੀਤੀ ਹੋਈ ਸੀ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ, ਬਿਨਵੰਤ ਨਾਨਕ ਮੇਰੀ ਇੱਛ ਪੁੰਨੀ, ਮੇਰੀ ਇੱਛਾ ਪੁੱਜ ਗਈ ਹੈ, ਪੂਰੀ ਹੋ ਗਈ। ਮਹਾਰਾਜ ਆਪਨੇ ਤਰਸ ਕੀਤਾ, ਆਪਣੇ ਚਰਨਾਂ ਦੇ ਨਾਲ ਜੋੜਿਆ ਹੈ। ਮਿਲੇ ਜਿਸ ਖੋਜੰਤੀ, ਤੇ ਜਿਸ ਪ੍ਰਮਾਤਮਾ ਦੀ ਖੋਜ ਦੇ ਵਿੱਚ ਲੱਗੀ ਸੀ ਨਾ, ਉਹ ਪ੍ਰਮਾਤਮਾ ਮੈਨੂੰ ਮਿਲ ਪਿਆ ਹੈ। ਸੰਸਾਰ ਦੇ ਅੰਦਰ ਕਿਸੇ ਕਦੇ ਕਿਸੇ ਦਰ ਤੇ ਜਾ ਕੇ ਖੋਜਿਆ, ਕਦੇ ਕਿਸੇ ਦਰ ਤੇ ਜਾ ਕੇ ਲੱਭਣ ਦਾ ਯਤਨ ਕੀਤਾ, ਪਰ ਨਹੀਂ ਕਿਤੇ ਉਹ ਵੀ ਪ੍ਰਮਾਤਮਾ ਮਿਲਿਆ।
ਸੰਸਾਰ ਰੂਪ ਜੰਗਲ ਦੇ ਵਿੱਚ ਦਰ-ਦਰ ਤੇ ਭਟਕ ਕਰਕੇ ਦੇਖ ਲਿਆ ਹੈ। ਕਦੇ ਕਿਸੇ ਸੰਸਾਰ ਦੇ ਅਦਾਰੇ ਤੇ ਚਲੇ ਗਏ, ਕਦੇ ਕਿਸੇ ਅਦਾਰੇ ਤੇ ਚਲੇ ਜਾਣਾ ਕੀਤਾ ਹੈ, ਪਰ ਕਿਤੇ ਵੀ ਪ੍ਰਮਾਤਮਾ ਨਹੀਂ ਸੀ ਪ੍ਰਾਪਤ ਹੋ ਰਿਹਾ ਹੈ। ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਹਿਰਦੇ ਦਾ ਪਿਆਰ ਦੇਖ ਕੇ ਪ੍ਰਮਾਤਮਾ ਤਰੁੱਟ ਕਰਕੇ ਬਖਸ਼ਿਸ਼ ਕੀਤੀ ਹੈ। ਐਸੀ ਅੰਮ੍ਰਿਤਮਈ ਦ੍ਰਿਸ਼ਟੀ ਸਾਡੇ ਉੱਪਰ ਪਾਈ ਹੈ। ਸਤਿਗੁਰੂ ਜੀ ਦੇ ਬਚਨ ਹਨ, ਆਮੇ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਸਾਰੇ ਜੀਵ ਦੇ ਬੱਜਰ ਪਾਪ ਕਰਮਾਂ ਦੀ ਮਲੀਨਤਾ ਲਹਿ ਜਾਂਦੀ ਜਦੋਂ ਪ੍ਰਮਾਤਮਾ ਅੰਮ੍ਰਿਤਮਈ ਦ੍ਰਿਸ਼ਟੀ ਕਿਰਪਾ ਕਰਦਾ ਹੈ। ਅੰਮ੍ਰਿਤਮਈ ਦ੍ਰਿਸ਼ਟੀ ਜੀਵ ਤੇ ਪਾ ਦਿੰਦਾ ਹੈ, ਸਾਰੇ ਜੀਵ ਦੇ ਪਾਪ ਨਸ਼ਟ ਹੋ ਜਾਂਦੇ ਹਨ। ਆਮੇ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਇਹ ਜਿਹੜੇ ਵਿਕਾਰਾਂ ਦੇ ਪ੍ਰਬਲ ਵਿਕਾਰ ਹਨ, ਇਹ ਸਾਰਿਆਂ ਦਾ ਬਲ ਪਰਮੇਸ਼ਰ ਆਪਣੇ ਵਸ ਵਿੱਚ ਕਰ ਲੈਂਦਾ ਹੈ। ਜਿਹੜੇ ਜੀਵ ਨੂੰ ਬਾਰ-ਬਾਰ ਦੁੱਖ ਦਿੰਦੇ ਆ, ਵਿਕਾਰ ਦੁਖਦਾਇਕ ਹਨ, ਮਹਾਰਾਜ ਕਹਿੰਦੇ ਸਾਰਾ ਬਲ ਫਿਰ ਅਭਾਵ ਹੋ ਜਾਂਦਾ ਹੈ। ਫਿਰ ਹਿਰਦੇ ਅੰਦਰ ਪਰਮਾਤਮਾ ਆਪਣੇ ਸਰੂਪ ਦਾ ਸੁਖ ਬਖਸ਼ਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਬਿਨਵੰਤ ਨਾਨਕ ਮੇਰੀ ਇੱਛ ਪੁੰਨੀ। ਜਿਸ ਅਕਾਲ ਪੁਰਖ ਪ੍ਰਮਾਤਮਾ ਨੂੰ ਖੋਜਦੀ ਪਈ ਸੀ ਨਾ, ਜੀਵ ਰੂਪ ਸਖੀ ਕਹਿੰਦੇ ਵਾਹਿਗੁਰੂ ਦੀ ਖੋਜ ਹੋਣੇ ਕਰਕੇ, ਪ੍ਰਮਾਤਮਾ ਦੀ ਪ੍ਰਾਪਤੀ ਹੋਣੇ ਕਰਕੇ ਮੇਰੀ ਮਨ ਦੀ ਇੱਛਾ ਪੂਰੀ ਹੋ ਗਈ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਲੱਭਦੀ ਪਈ ਸੀਗਾ। ਸੰਸਾਰ ਦੇ ਅੰਦਰ ਕਦੇ ਕਿਸੇ ਦੇਸ਼, ਕਦੇ ਕਿਸੇ ਵਿਦੇਸ਼, ਕਦੇ ਕਿਸੇ ਜੂਨਾਂ ਦੇ ਵਿੱਚ ਕਿੰਨਾ ਕਿੰਨਾ ਭਟਕ ਕਰਕੇ, ਕਿੰਨਾ ਸੰਸਾਰ ਦੇ ਅੰਦਰ ਖੱਜਲ ਖਵਾਰ ਹੋ ਕਰਕੇ ਆਈ ਆ, ਪਰ ਪ੍ਰਮਾਤਮਾ ਨੇ ਤਰਸ ਕੀਤਾ ਹੈ, ਹਿਰਦੇ ਦਾ ਪਿਆਰ ਦੇਖ ਕਰਕੇ ਬਖਸ਼ਿਸ਼ ਕੀਤੀ, ਆਪਣੇ ਸਰੂਪ ਦੀ ਸਖਿਆਰਤਾ ਦੇਖ ਕਰਕੇ ਮੈਨੂੰ ਨਿਵਾਜ ਦਿੱਤਾ, ਮੈਨੂੰ ਨਿਹਾਲ ਕਰ ਦਿੱਤਾ ਆਪਣੀ ਕਿਰਪਾ ਦੀ ਨਦਰ ਕਰਕੇ। ਨਾਸ ਵੰਜਹੁ ਕਿਲ ਬਿਖਹੁ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਉਦਾਹਰਣ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਜਿਵੇਂ ਜੋ ਰਾਣੀ ਹੈ ਨਾ, ਰਾਜੇ ਦੀ, ਰਾਜਾ ਕਿਤੇ ਬਾਹਰ ਗਿਆ ਹੋਵੇ, ਜਦੋਂ ਘਰ ਵਾਪਸ ਮਹਿਲਾਂ ਵਿੱਚ ਪਰਤਣਾ ਹੋਵੇ, ਤੇ ਜਿਹੜੇ ਕੋਈ ਵਿਰੋਧੀ ਹੁੰਦੇ ਨਾ, ਰਾਣੀ ਦੀ ਈਰਖਾ ਕਰਨ ਵਾਲੇ ਈਰਖਾਲੂ, ਜਿਹੜੇ ਦੁੱਖ ਦਿੰਦੇ ਹਨ, ਰਾਜੇ ਦੇ ਸਰੂਪ ਦਾ ਸੁੱਖ ਨਹੀਂ ਪਾਉਣ ਦਿੰਦੇ, ਰਾਜੇ ਦੀ ਪ੍ਰਸੰਨਤਾ ਨਹੀਂ ਲੈਣ ਦਿੰਦੇ, ਫਿਰ ਉਹਨਾਂ ਨੂੰ ਤਾੜਨਾ ਕਰਕੇ, ਸੁਚੇਤ ਹੋ ਕਰਕੇ ਬੜੀ ਤਾੜਨਾ ਦੇ ਬਚਨ ਕਰਦੀ ਹੈ ਕਿ ਅੱਜ ਮੇਰੇ ਪਤੀ ਨੇ, ਰਾਜੇ ਨੇ ਘਰ ਦੇ ਵਿੱਚ ਆਉਣਾ, ਚਲੇ ਜਾਓ, ਨਹੀਂ ਤਾਂ ਤੁਹਾਨੂੰ ਦੰਡ ਦੇਵੇਗਾ। ਉਹ ਮੇਰਾ ਮਾਲਕ ਸਿਰ ਦਾ ਸਾਈਂ ਤੁਹਾਨੂੰ ਦੰਡ ਦੇਵੇਗਾ ਜੇ ਮੈਂ ਦੱਸ ਦਿੱਤਾ। ਤੇ ਸਾਧ ਸੰਗਤ ਜੀ, ਜਿਹੜੇ ਕੋਈ ਵਿਰੋਧੀ ਹੁੰਦੇ ਈਰਖਾਲੂ, ਆਪਣੇ ਆਪ ਹੀ ਚਲੇ ਜਾਂਦੇ ਆ ਕਿ ਰਾਜੇ ਨੇ ਸਾਨੂੰ ਕੈਦਖਾਨੇ ਵਿੱਚ ਬੰਦ ਕਰ ਦੇਣਾ, ਸਾਨੂੰ ਸਜ਼ਾ ਭੋਗਣੀ ਪਵੇਗੀ, ਹੋ ਸਕਦਾ ਸਾਨੂੰ ਫਾਹਾ ਲਵਾ ਕੇ ਮਰਵਾ ਦੇਵੇ, ਸਾਡੀ ਜ਼ਿੰਦਗੀ ਏਦਾਂ ਚਲੀ ਜਾਵੇ ਕਿ ਮਰ ਜਾਵਾਂਗੇ, ਇਹਦੇ ਨਾਲੋਂ ਚੰਗਾ ਸੀ ਛੱਡ ਕੇ ਚਲੇ ਜਾਈਏ। ਤੇ ਹਜੂਰ ਇੱਥੇ ਪਾਪ ਕਰਮਾਂ ਦਾ ਅਲੰਕਾਰ ਬਣਾ ਕੇ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਫਰਮਾਉਂਦੇ ਆ, ਨਾਸ ਵੰਜਹੁ ਕਿਲ ਬਿਖਹੁ। ਨਸ ਜਾਵੋ, ਵੰਜਹੁ ਜਾਣਾ ਕਰੋ। ਨਸ ਵੰਜਹੁ ਕਿਲ ਵਿਖਹੁ। ਕਿਲ ਵਿਖਹੁ ਨਾਮ ਪਾਪ ਕਰਮਾਂ ਦਾ ਹੈ। ਜਿਹੜੇ ਬੱਜਰ ਪਾਪ ਕਰਮ ਕੀਤੇ ਹੋਏ ਹਨ, ਜਿਨ੍ਹਾਂ ਪਾਪ ਕਰਮਾਂ ਦਾ ਜਿਹੜਾ ਫਲ ਹੈ, ਹੁਣ ਜ਼ਹਿਰ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਪਿਆ, ਦੁੱਖ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਪਿਆ। ਕਿਉਂਕਿ ਮਨੁੱਖ ਜੇ ਚੰਗੇ ਕਰਮ ਕਰਦਾ ਤੇ ਸਾਧ ਸੰਗਤ ਜੀ, ਪੁੰਨ ਕਰਮਾਂ ਦਾ ਫਲ ਜੀਵ ਨੂੰ ਸੁਖ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਹੈ, ਤੇ ਜੇ ਪਾਪ ਕਰਮ ਕਰਦਾ ਉਹ ਫਿਰ ਦੁੱਖ ਰੂਪ ਦੇ ਵਿੱਚ ਜੀਵ ਨੂੰ ਫਲ ਮਿਲਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ, ਨਸ ਵੰਜਹੁ ਕਿਲ ਵਿਖਹੁ। ਜਿਹੜੇ ਬੱਜਰ ਪਾਪ, ਪ੍ਰਮੁੱਖ 4 ਪ੍ਰਕਾਰ ਦੇ ਪਾਪ ਮੰਨੇ ਆ, ਬ੍ਰਾਹਮਣ, ਕੈਲੀ, ਘਾਤ, ਕੰਜਕਾ, ਅਣਚਾਰੀ ਕਾ ਧਾਨ, ਗੁਰਬਾਣੀ ਵਿੱਚ ਮਹਾਰਾਜ ਜੀ ਨੇ ਬਚਨ ਕੀਤੇ ਹੈ। ਤੇ ਹੋਰ ਵੀ ਮਨੁੱਖ ਕਈ ਕਈ ਪ੍ਰਕਾਰ ਦੇ ਪਾਪ ਕਰਮ ਕਰਦਾ, ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਪਾਇਆ ਜਾ ਸਕਦਾ। 1 2 4 ਤਾਂ ਪ੍ਰਮੁੱਖ 4 ਪਾਪ ਮੰਨੇ ਆ, ਪਰ ਸਾਧ ਸੰਗਤ ਜੀ ਹੋਰ ਜਿਹੜੇ ਬੇਅੰਤੀ ਪਾਪ ਕਰਦਾ, ਉਹਨਾਂ ਦਾ ਕੋਈ ਅੰਤ ਹੀ ਨਹੀਂ ਹੈ। ਖਿਨ ਖਿਨ ਮਾਤਰ ਸਮੇਂ ਵਿੱਚ ਕਿੰਨੇ ਕਿੰਨੇ ਪਾਪ ਕਰਮ ਕਰਦਾ। ਇਕੱਲਾ ਤਨ ਕਰਕੇ ਨਹੀਂ, ਮਨ ਕਰਕੇ ਵੀ ਪਾਪ ਕਰੀ ਜਾਂਦਾ। ਕਿਸੇ ਦਾ ਬੁਰਾ ਸੋਚਣਾ ਵੀ ਤਾਂ ਪਾਪ ਕਰਮ ਹੀ ਹੈ ਨਾ। ਸਾਧ ਸੰਗਤ ਜੀ, ਕਿਸੇ ਪ੍ਰਤੀ ਮਾੜਾ ਸੋਚਣਾ ਇਹ ਵੀ ਤਾਂ ਪਾਪ ਕਰਮ ਹੀ ਹੈ। ਅੱਖਾਂ ਨਾਲ ਦੇਖ ਦੇਖ ਕਰਕੇ ਪਾਪ ਕਰਮ ਕਰੀ ਜਾਂਦਾ, ਪਰਾਏ ਰੂਪਾਂ ਨੂੰ ਤੱਕੀ ਜਾਂਦਾ, ਮਨ ਵਿੱਚ ਮੰਦੇ ਫੁਰਨੇ ਧਾਰਨ ਕਰੀ ਜਾਂਦਾ।
ਜ਼ਬਾਨ ਤੋਂ ਬੋਲ ਕਰਕੇ ਵੀ ਕਿੰਨੇ ਕਿੰਨੇ ਪਾਪ ਕਰਮ ਕਰਦਾ ਹੈ। ਕੰਨਾਂ ਦੇ ਨਾਲ ਪਰਾਈ ਨਿੰਦਿਆ ਸੁਣ ਸੁਣ ਕੇ ਹੀ ਪਾਪ ਕਰਮ ਕਰੀ ਜਾਂਦਾ, ਇਹ ਵੀ ਪਾਪ ਕਰਮ ਹਨ। ਤੇ ਹਜੂਰ ਨੇ ਉਚਾਰਨ ਕੀਤਾ, ਨਸ ਵੰਜਹੁ ਕਿਲ ਵਿਖਹੁ, ਹੇ ਪਾਪ ਕਰਮੋ ਤੁਸੀਂ ਨਸ ਜਾਵੋ, ਚਲੇ ਜਾਣਾ ਕਰੋ। ਕਰਤਾ ਘਰ ਆਇਆ, ਕਿਉਂਕਿ ਜਿਹੜੇ ਸਾਰੀ ਸ੍ਰਿਸ਼ਟੀ ਦਾ ਕਰਤਾ ਮੇਰਾ ਮਾਲਕ ਪਰਮੇਸ਼ਰ ਹੈ, ਉਹ ਸਾਡੇ ਘਰ ਦੇ ਵਿੱਚ ਆਇਆ ਹੋਇਆ ਹੈ। ਪ੍ਰਮਾਤਮਾ ਸਾਖਸ਼ਾਤ ਹੋਣ ਵਾਲਾ, ਤੁਸੀਂ ਚਲੇ ਜਾਵੋ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਰਤਾ ਕਰਨਹਾਰ ਸਾਡੇ ਘਰ ਵਿੱਚ ਆਇਆ ਹੈ। ਦੂਤ ਹੈ ਦਹਨ ਭਇਆ, ਫਿਰ ਜਿਹੜੇ ਦੂਤ ਹੈ ਧਰਮਰਾਜੇ ਦੇ ਦੂਤ ਹਨ, ਉਹਨਾਂ ਦਾ ਦਹਨ ਹੋ ਗਿਆ, ਦਗਧ ਹੋ ਗਏ ਹਨ, ਉਹ ਨਾਸ਼ ਹੋ ਗਏ ਹੈ। ਉਹਨਾਂ ਨੂੰ ਸ਼ਬਰ ਦੀ ਪ੍ਰਚੰਡ ਅਗਨੀ ਦੇ ਨਾਲ ਸਾੜ ਦਿੱਤਾ ਹੈ। ਗੋਬਿੰਦ ਪ੍ਰਗਟਾਇਆ, ਤੇ ਗੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਪ੍ਰਮਾਤਮਾ ਪ੍ਰਗਟ ਹੋ ਕੇ ਆ ਗਿਆ ਹੈ, ਸਾਖਸ਼ਾਤ ਹੋ ਗਿਆ ਹੈ। ਕਦੋਂ? ਜਦੋਂ ਪ੍ਰਮਾਤਮਾ ਨੇ ਆਪ ਹੀ ਕਿਰਪਾ ਕੀਤੀ ਹੈ, ਤਰਸ ਕੀਤਾ ਹੈ, ਸਤਿਗੁਰੂ ਜੀ ਦੀ ਸ਼ਬਦ ਦੀ ਦਾਤ ਹਿਰਦੇ ਅੰਦਰ ਬਖਸ਼ੀ ਹੈ। ਮਹਾਰਾਜ ਕਹਿੰਦੇ ਹਨ, ਦੂਤਹਿ ਦਹਨ ਭਇਆ, ਦੂਤਾਂ ਦੀ ਤਰ੍ਹਾਂ ਜਿਹੜੇ ਪ੍ਰਬਲ ਵਿਕਾਰ ਕਦੇ ਵੀ ਜੀਵ ਨੂੰ ਛੱਡਦੇ ਨਹੀਂ ਸਨ। ਕਿਦਾਂ ਜਕੜਿਆ ਹੋਇਆ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਬਦਾ ਦਵੈਸ਼ ਭਾਵਨਾ, ਇਹਨਾਂ ਵਿਕਾਰਾਂ ਨੇ ਬੜਾ ਚੰਗੀ ਤਰ੍ਹਾਂ ਜਕੜ ਕਰਕੇ ਆਪਣੇ ਵਸ ਵਿੱਚ ਕੀਤਾ ਸੀ। ਪਰ ਦੂਤਹਿ ਦਹਨ ਭਇਆ, ਗੋਬਿੰਦ ਪ੍ਰਗਟਾਇਆ, ਜਦੋਂ ਪ੍ਰਮਾਤਮਾ ਪ੍ਰਗਟ ਹੋ ਗਿਆ ਨਾ, ਸਾਰੇ ਇਹਨਾਂ ਦਾ ਦਹਨ ਹੋ ਗਿਆ, ਇਹਨਾਂ ਨੇ ਦਗਧ ਹੋ ਜਾਣਾ ਕੀਤਾ, ਸਾਰੇ ਵਿਕਾਰਾਂ ਦਾ ਬਲ ਨਾਸ਼ ਕਰ ਦਿੱਤਾ ਹੈ। ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਜੋ ਲਾਲਨ ਪਿਆਰਿਆਂ ਦਾ ਪਿਆਰਾ ਪ੍ਰਮਾਤਮਾ ਹੈ, ਇੰਦਰੀਆਂ ਨੂੰ ਚਲਾਉਣ ਵਾਲਾ ਹੈ, ਗੋਪਾਲ ਪ੍ਰਿਥਵੀ ਪਾਲਕ ਹੈ, ਐਸਾ ਪਰਮੇਸ਼ਰ ਪ੍ਰਗਟ ਹੋ ਆਇਆ ਹੈ। ਸਾਧ ਸੰਗ ਵਖਾਣਿਆ, ਕਿਵੇਂ ਮਹਾਰਾਜ ਇਹ ਦਾਤ ਪ੍ਰਾਪਤ ਹੋਈ ਗੁਰਸਿੱਖਾਂ ਨੂੰ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਸਾਧ ਸੰਗ ਵਖਾਣਿਆ। ਤੇ ਇਹਨਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਜਸ ਕਥਨ ਕੀਤਾ ਹੈ। ਜਿਨ੍ਹਾਂ ਨੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕੀਤਾ ਹੈ, ਜਿਨ੍ਹਾਂ ਨੇ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਜੀ ਦਾ ਜਸ ਗਾਇਆ, ਤਿਨਾਂ ਦੇ ਪਾਪ ਕਰਮ ਅਥਵਾ ਦੁਖਦਾਇਕ ਜਿਹੜੇ ਵਿਕਾਰ ਦੂਤਾਂ ਦੀ ਤਰ੍ਹਾਂ ਦੁੱਖ ਦਿੰਦੇ ਸਨ, ਕਦੇ ਕਿਸੇ ਪਾਸੇ ਆਪਣੇ ਅਧੀਨ ਕਰਕੇ ਗਲ ਵਿੱਚ ਫਾਹਾ ਪਾ ਕੇ ਲੈ ਜਾਂਦਾ, ਕਦੇ ਕੋਈ ਵਿਕਾਰ ਆਪਣੇ ਅਧੀਨ ਕਰਕੇ ਪਾਪ ਕਰਮ ਕਰਵਾਉਂਦਾ ਸੀ। ਮਹਾਰਾਜ ਕਹਿੰਦੇ ਸਾਰੇ ਦਗਧ ਹੋ ਗਏ ਆ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਜਸ ਗਾਇਆ ਹੈ। ਆਚਰਜ ਡੀਠਾ ਮਿਉ ਬੂਠਾ, ਆਸਚਰਜ ਜਿਹੜਾ ਪ੍ਰਮਾਤਮਾ ਦਾ ਸਰੂਪ ਹੈ, ਆਸਚਰਜ ਕਿਵੇਂ ਹੈ ਸਾਧ ਸੰਗਤ ਜੀ? ਹੈ ਸਭ ਦੇ ਅੰਦਰ ਹੀ ਹੈ, ਪਰ ਜੀਵ ਨੂੰ ਪ੍ਰਤੀਤੀ ਨਹੀਂ ਹੁੰਦੀ, ਭਰੋਸਾ ਨਹੀਂ ਵੱਜਦਾ ਕਿ ਹਾਂ ਰੱਬ ਮੇਰੇ ਅੰਦਰ ਹੀ ਹੈ। ਮੁਖ ਤੋਂ ਭਾਵੇਂ ਕਹੀ ਜਾਂਦਾ ਕਿ ਪ੍ਰਮਾਤਮਾ ਮੇਰੇ ਅੰਦਰ ਹੈ, ਸਾਰੀ ਸ੍ਰਿਸ਼ਟੀ ਦੇ ਅੰਦਰ ਪ੍ਰਮਾਤਮਾ ਹੈ, ਰੱਬ ਬੈਠਾ ਹੈ, ਪਰ ਭਰੋਸਾ ਤਾਂ ਨਹੀਂ ਨਾ ਵੱਜਦਾ। ਜਦੋਂ ਭਰੋਸਾ ਵੱਧ ਜਾਵੇ ਫਿਰ ਨਿਸ਼ਾਨੀ ਹੁੰਦੀ ਹੈ ਭਰੋਸੇ ਦੀ, ਚੰਗੀ ਤਰ੍ਹਾਂ ਭਰੋਸਾ ਹੋ ਗਿਆ, ਪ੍ਰਤੀਤ ਬਣ ਗਈ ਹੈ, ਉਹ ਮਨੁੱਖ ਕਦੇ ਕਿਸੇ ਦਾ ਬੁਰਾ ਨਹੀਂ ਸੋਚਦਾ, ਕਦੇ ਕਿਸੇ ਦੇ ਪ੍ਰਤੀ ਕੋਈ ਮਾੜਾ ਨਹੀਂ ਮਨ ਦੇ ਅੰਦਰ ਸੋਚਦਾ ਚਿਤਵਦਾ, ਕਿਸੇ ਦਾ ਬੁਰਾ ਕਰਦਾ ਨਹੀਂ ਹੈ, ਪਾਪ ਕਰਦਾ ਨਹੀਂ, ਪਾਪ ਚਿਤਵਦਾ ਨਹੀਂ ਹੈ। ਰੱਬ ਦਾ ਭੈ ਬਣ ਜਾਂਦਾ ਹੈ ਕਿ ਮੈਂ ਕਿਹਦੇ ਤੋਂ ਲੋਕ ਕਰਕੇ ਸ਼ੁਭ ਕਰਕੇ ਓਲੇ ਹੋ ਕੇ ਪਾਪ ਕਰਮ ਕਰਾਂਗਾ ਚਿਤਵਾਂਗਾ, ਪ੍ਰਮਾਤਮਾ ਤਾਂ ਮੇਰੇ ਅੰਦਰ ਬੈਠਾ ਹੈ। ਬਾਹਰ ਤਨ ਕਰਕੇ ਪਾਪ ਕਰਮ ਕਰਨ ਦੀ ਤਾਂ ਬਹੁਤ ਦੂਰ ਰਹੀ, ਮਨ ਵਿੱਚ ਵੀ ਗੁਰਮੁਖ ਪਿਆਰੇ ਸੋਚਦੇ ਨਹੀਂ ਹੈ ਕਿ ਮੇਰੇ ਮਨ ਦੀ ਹਰ ਇੱਕ ਹਰਕਤ ਨੂੰ ਪਹਿਚਾਨਣ ਵਾਲਾ ਮੇਰੇ ਅੰਦਰ ਹੀ ਬੈਠਾ ਹੈ, ਉਹ ਕਿਤੇ ਬਾਹਰ ਥੋੜਾ ਹੈ। ਸੰਸਾਰ ਦੇ ਅੰਦਰ ਤਾਂ ਲੋਕਾਂ ਦੀ ਅੱਖੀ ਘੱਟਾ ਮੈਂ ਪਾ ਲਵਾਂਗਾ, ਪਰ ਪ੍ਰਮਾਤਮਾ ਤੋਂ ਮੈਨੂੰ ਕੌਣ ਛੁਪਾਵੇਗਾ? ਪਰਮੇਸ਼ਰ ਦੇ ਸਾਹਮਣੇ ਤਾਂ ਮੇਰਾ ਜ਼ਾਹਰ ਹੀ ਹੈ ਨਾ, ਜਿੱਦਾਂ ਦੇ ਮੈਂ ਪਾਪ ਕਰਮ ਕਰਦਾ, ਸਾਰੀਆਂ ਮੇਰੀਆਂ ਕਰਮ ਕਰਤੂਤਾਂ ਨੂੰ ਪਰਮੇਸ਼ਰ ਦੇਖਦਾ ਪਿਆ, ਹਰ ਸਮੇਂ ਸੁਣਦਾ ਪਿਆ ਹੈ। ਇਸ ਲਈ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਆਚਰਜ ਡੀਠਾ ਅਮਿਓ ਬੂਠਾ। ਆਚਰਜ ਸਰੂਪ ਪਰਮਾਤਮਾ ਦਾ ਹੈ, ਸਭ ਦੇ ਅੰਦਰ ਹੁੰਦਾ ਹੋਇਆ ਵੀ ਪਰਮਾਤਮਾ ਦਿਸਦਾ ਨਹੀਂ ਹੈ। ਆਚਰਜ ਇਸ ਕਰਕੇ ਹੈ ਕਿ ਪਾਪੀਆਂ ਦੇ ਵਿੱਚ ਵੀ, ਪਾਪ ਕਰਮ ਕਰਨ ਵਾਲਿਆਂ ਵਿੱਚ ਹੁੰਦਾ ਹੋਇਆ ਵੀ ਪਰਮਾਤਮਾ ਅਸੰਗ ਹੈ। ਹਰ ਇੱਕ ਜੀਵ ਕਰਮ ਕਰਦਾ ਹੈ, ਪਰਮਾਤਮਾ ਦੀ ਜੋਤ ਹਰ ਦੇ ਅੰਦਰ ਵਰਤ ਰਹੀ ਹੈ, ਪਰ ਦੋਸ਼ੀ ਫਿਰ ਜੀਵ ਹੀ ਬਣਦਾ, ਪਰਮਾਤਮਾ ਦੇ ਕੋਈ ਦੋਸ਼ ਨਹੀਂ ਲੱਗਦਾ। ਮਹਾਰਾਜ ਜੀ ਦਾ ਵਚਨ ਹੈ ਨਾ ਕਿ ਕਰਨ ਕਰਾਵਨ ਹਾਰ ਸੁਆਮੀ,
ਪ੍ਰਮਾਤਮਾ ਸੰਸਾਰ ਭਰ ਦੇ ਜੀਵਾਂ ਨੂੰ ਉਪਭੋਗ ਕਰਕੇ ਸਭ ਕਰਮਾਂ ਨੂੰ ਕਰਾਉਣ ਵਾਲਾ ਵੀ ਕਹਿੰਦੇ ਆਪ ਹੈ, ਪਰ ਦੋਸ਼ ਜੀਵਾਂ ਦੇ ਸਿਰ ਮੜੀ ਜਾਂਦਾ ਹੈ। ਕੋਈ ਕਿਸੇ ਸਿਰ ਦੋਸ਼ ਲਾ ਦਿੰਦਾ ਹੈ ਕਿ ਤੇਰੇ ਕਰਕੇ ਮੈਨੂੰ ਦੁੱਖ ਮਿਲਿਆ, ਤੇਰੇ ਕਰਕੇ ਮੇਰੇ ਕਾਰਜ ਦੇ ਵਿੱਚ ਵਿਘਨ ਪਿਆ, ਸਫਲਤਾ ਨਹੀਂ ਬਣੀ। ਪਰ ਇੱਕ ਪਾਸੇ ਮਹਾਰਾਜ ਕਹਿੰਦੇ ਕਰਨ ਕਰਾਵਨ ਹਾਰ ਸੁਆਮੀ, ਕਿ ਮਹਾਰਾਜ ਕਰਨ ਵਾਲਾ, ਪੈਦਾ ਕਰਨ ਵਾਲਾ ਵੀ ਆਪ ਹੈ ਤੇ ਜੀਵਾਂ ਨੂੰ ਉਪਭੋਗ ਕਰਕੇ ਕਰਮਾਂ ਨੂੰ ਕਰਾਉਣ ਵਾਲਾ ਵੀ ਪਰਮੇਸ਼ਰ ਤੋਂ ਆਪ ਹੈ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ, ਸੁਰਗ ਮਛ ਪਿਆਲ ਜੀਓ। ਮਹਾਰਾਜ ਤੂੰ ਜੋਗੀਆਂ ਦੇ ਅੰਦਰ ਪਰਮੇਸ਼ਰ ਤੂੰ ਵਰਤ ਰਿਹਾ ਹੈ, ਭੋਗੀਆਂ ਪਦਾਰਥਾਂ ਨੂੰ, ਵਿਸ਼ਿਆਂ ਨੂੰ ਭੋਗਣ ਵਾਲੇ ਵਿੱਚ ਵੀ ਤੂੰ ਆਪ ਹੀ ਵਰਤ ਰਿਹਾ ਹੈ। ਪਰ ਪਰਮਾਤਮਾ ਤੇਰੇ ਤੇ ਦੋਸ਼ ਕੋਈ ਲਾ ਨਹੀਂ ਸਕਦਾ, ਜੀਵਾਂ ਤੇ ਦੋਸ਼ ਲੱਗਦੇ ਆ। ਜੀਵ ਵੀ ਪਰਾਰਬਧ ਦਾ ਆਪਣੀ ਭੋਗਦਾ, ਕਰਮਾਂ ਦਾ ਫਲ ਭੁਗਤਣਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜਦੋਂ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਨਾ, ਅੰਮ੍ਰਿਤ ਬੂਠਾ ਅੰਮ੍ਰਿਤਮਈ ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਵਸ ਗਿਆ ਹੈ। ਸਤਿਗੁਰੂ ਜੀ ਦਾ ਅੰਮ੍ਰਿਤਮਈ ਆਤਮਿਕ ਰਸ ਦੇਣ ਵਾਲਾ, ਅਮਰ ਕਰਨ ਵਾਲਾ ਸ਼ਬਦ ਮਹਾਰਾਜ ਦਾ ਹਿਰਦੇ ਅੰਦਰ ਬੂਠਾ ਵਸ ਗਿਆ, ਤਾਂ ਆਚਰਜ ਡੀਠਾ, ਅਚਰਜ ਪ੍ਰਮਾਤਮਾ ਦੇ ਸਰੂਪ ਨੂੰ ਦੇਖਿਆ ਹੈ। ਗੁਰ ਪ੍ਰਸਾਦੀ ਜਾਣਿਆ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਉਸ ਪਰਮੇਸ਼ਰ ਦੇ ਅਚਰਜ ਸਰੂਪ ਨੂੰ ਜਾਣਿਆ ਹੈ। ਮਨ ਸ਼ਾਂਤ ਆਈ ਵੱਜੀ ਵਧਾਈ, ਜਦੋਂ ਪਰਮੇਸ਼ਰ ਦੇ ਨਾਮ ਦੀ ਵਧਾਈ ਵੱਜੀ ਨਾ ਹਿਰਦੇ ਅੰਦਰ, ਮਨ ਸ਼ਾਂਤ ਹੋ ਗਿਆ, ਮਨ ਵਿੱਚ ਸ਼ਾਂਤੀ ਪ੍ਰਾਪਤ ਹੋ ਗਈ ਹੈ। ਅਥਵਾ ਮਨ ਸ਼ਾਂਤ ਆਈ ਵੱਜੀ ਵਧਾਈ, ਕਦੋਂ ਪਰਮੇਸ਼ਰ ਦੇ ਨਾਮ ਦੇ ਵਾਜੇ ਵੱਜੇ ਹਨ, ਕਦੋਂ ਵਾਹਿਗੁਰੂ ਦੇ ਨਾਮ ਦੀਆਂ ਧੁਨਾਂ ਸੁਣਾਈ ਦਿੱਤੀਆਂ, ਜਦੋਂ ਮਨ ਸ਼ਾਂਤ ਹੋਇਆ ਹੈ। ਮਨ ਸ਼ਾਂਤ ਨਹੀਂ ਨਾ ਹੁੰਦਾ, ਮਨ ਹਰ ਸਮੇਂ ਰੌਲਾ ਹੀ ਪਾਉਂਦਾ ਰਹਿੰਦਾ ਹੈ, ਮਨ ਹਰ ਸਮੇਂ ਕੁਰਲਾਹਟ ਹੀ ਕਰਦਾ ਰਹਿੰਦਾ ਹੈ, ਤਾਂ ਹੀ ਪਰਮੇਸ਼ਰ ਦੇ ਨਾਮ ਦੀ ਧੁਨ ਸੁਣਾਈ ਨਹੀਂ ਦਿੰਦੀ, ਤਾਂ ਹੀ ਵਾਹਿਗੁਰੂ ਦਾ ਨਾਮ ਹਿਰਦੇ ਅੰਦਰ, ਪਰਮੇਸ਼ਰ ਦਾ ਨਾਮ ਅੰਮ੍ਰਿਤ ਸੁਣਦਾ ਨਹੀਂ ਹੈ। ਜੋ ਲਗਾਤਾਰ ਇੱਕ ਰਸ ਪਰਮੇਸ਼ਰ ਦੇ ਨਾਮ ਦੀ ਧੁਨ ਚੱਲ ਰਹੀ ਹੈ, ਮਹਾਰਾਜ ਕਹਿੰਦੇ ਮਨ ਬਾਰ-ਬਾਰ ਰੌਲਾ ਹੀ ਪਾਉਂਦਾ ਰਹਿੰਦਾ ਹਰ ਸਮੇਂ। ਬਹੁਤਾ ਕਮਰੇ ਵਿੱਚ ਕੋਈ ਬੈਠੇ ਹੋਏ ਰੌਲਾ ਪਾਈ ਜਾਵੇ ਤੇ ਗੱਲ ਕੋਈ ਸੁਣਾ ਰਿਹਾ ਹੋਵੇ ਨਾ, ਉਹਦੀ ਗੱਲ ਨਹੀਂ ਸੁਣਦੀ। ਤੇ ਕਮਰੇ ਦੇ ਵਿੱਚ ਤਾਂ ਬੈਠਿਆਂ ਭਾਵੇਂ ਕੋਈ ਥੋੜਾ ਬਹੁਤਾ ਚੁੱਪ ਕਰ ਲਵੇ, ਸਾਹ ਲੈਣ ਲੱਗਿਆ, ਮਨ ਤੇ ਸਾਹ ਵੀ ਨਹੀਂ ਲੈਂਦਾ, ਇੰਨਾ ਰੌਲਾ ਪਾਉਂਦਾ। ਥੋੜਾ ਜਿੰਨਾ ਵੀ ਪਲਕ ਮਾਤਰ ਸਮਾਂ ਵੀ ਸਾਹ ਨਹੀਂ ਲੈਂਦਾ, ਇੰਨਾ ਉੱਚੀ ਉੱਚੀ ਕਦੇ ਭੁੱਬਾਂ ਮਾਰ ਕੇ ਰੋਣ ਲੱਗ ਪੈਂਦਾ ਜਦੋਂ ਧਨ ਪਦਾਰਥ ਖੁੱਸ ਜਾਂਦੇ ਆ, ਤੇ ਕਦੇ ਡੀਂਗਾ ਮਾਰਦਾ ਹੰਕਾਰ ਦੇ ਨਸ਼ੇ ਵਿੱਚ ਐ ਪੂਰਾ ਨੱਚਦਾ, ਉੱਚੀ ਉੱਚੀ ਰੌਲਾ ਪਾਉਂਦਾ ਕਿ ਮੇਰੇ ਵਰਗਾ ਕੌਣ ਹੈ ਸੰਸਾਰ ਵਿੱਚ। ਮਹਾਰਾਜ ਜੀ ਦਾ ਬਚਨ ਹੈ, ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਮਨ ਦਾ ਇਦਾਂ ਦਾ ਸੁਭਾਅ, ਜਦੋਂ ਕੁਝ ਪ੍ਰਾਪਤੀ ਕਰ ਲੈਂਦਾ ਤੇ ਉੱਚੀ ਉੱਚੀ ਨੱਚਦਾ ਟੱਪਦਾ ਰੌਲਾ ਪਾਉਂਦਾ, ਤੇ ਜਦੋਂ ਧਨ ਪਦਾਰਥ ਚਲੇ ਜਾਂਦੇ ਫਿਰ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦਾ। ਇਹ ਥੋੜਾ ਜਿੰਨਾ ਸਾਹ ਵੀ ਨਹੀਂ ਲੈਂਦਾ, ਕਿਤੇ ਚੁੱਪ ਕਰ ਜਾਵੇ। ਮਹਾਰਾਜ ਸਤਿਗੁਰੂ ਜੀ ਕਿਰਪਾ ਕਰਨ, ਮਨ ਨੂੰ ਸ਼ਾਂਤ ਕਰਨ। ਮਹਾਰਾਜ ਕਹਿੰਦੇ ਫਿਰ ਤਾਂ ਮਨ ਦੇ ਅੰਦਰ ਪਰਮੇਸ਼ਰ ਦੇ ਨਾਮ ਦੇ ਵਾਜੇ ਵੱਜਦੇ ਹੈ। ਵਾਹਿਗੁਰੂ ਦੇ ਨਾਮ ਦੀ ਧੁਨ ਤਾਂ ਹੀ ਸੁਣਾਈ ਦਿੰਦੀ ਹੈ ਜੇ ਮਨ ਸ਼ਾਂਤ ਹੁੰਦਾ ਹੈ। ਨਹਿ ਅੰਤ ਜਾਈ ਪਾਇਆ, ਉਸ ਪ੍ਰਮਾਤਮਾ ਦੇ ਸਰੂਪ ਦਾ ਅੰਤ ਨਹੀਂ ਕਿਸੇ ਤੋਂ ਪਾਇਆ ਗਿਆ, ਨਾ ਹੀ ਕੋਈ ਪਾ ਸਕੇਗਾ। ਬਿਨਵੰਤ ਨਾਨਕ ਸੁਖ ਸਹਿਜ ਮੇਲਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ, ਸੁਖ ਸਰੂਪ ਔਰ ਹਿਰਦੇ ਦੀ ਅਡੋਲਤਾ ਬਣਾਉਣ ਵਾਲਾ ਅਡੋਲ ਪਰਮੇਸ਼ਰ ਮਿਲਿਆ ਹੈ। ਪ੍ਰਭੂ ਆਪ ਬਣਾਇਆ, ਪ੍ਰਭੂ ਪਰਮਾਤਮਾ ਨੇ ਆਪ ਹੀ ਸਾਰਾ ਅਚਰਜ ਕੌਤਕ ਬਣਾਇਆ ਹੈ। ਅਕਾਲ ਪੁਰਖ ਪਰਮਾਤਮਾ ਨੇ ਆਪਣੀ ਪ੍ਰਾਪਤੀ ਦੀ ਇਹ ਵਿਧ ਆਪ ਹੀ ਬਣਾਈ ਹੈ। ਕਿਸ ਵਿਧ ਦੁਆਰਾ ਜੀਵ ਦਾ ਪਰਮਾਤਮਾ ਦੇ ਨਾਲ ਮੇਲ ਹੋਣਾ ਹੈ, ਕਿਹੜੀ ਵਿਧੀ ਦੁਆਰਾ, ਪਤਾ ਨਹੀਂ ਕਿਹੜੇ ਵੇਲੇ ਕਿੱਦਾਂ ਦੀ ਵਿਧ ਬਣ ਜਾਵੇ, ਪਰਮਾਤਮਾ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ੇ, ਇਹ ਕੋਈ ਪਤਾ ਨਹੀਂ ਹੈ। ਕਿੱਦਾਂ ਦੀ ਹਿਰਦੇ ਅੰਦਰ ਸੱਟ ਵਜੇ ਤੇ ਇਹਨਾਂ ਵੈਰਾਗ ਹਿਰਦੇ ਅੰਦਰ ਪ੍ਰਗਟ ਹੋ ਜਾਵੇ ਕਿ ਸੰਸਾਰ ਸਾਰਾ ਹੀ ਦੁੱਖ ਰੂਪ ਪ੍ਰਤੀਤ ਹੋਣ ਲੱਗ ਪਵੇ। ਸਾਰੇ ਸੰਸਾਰ ਦੇ ਸੁੱਖ ਇਉਂ ਪ੍ਰਤੀਤ ਹੋਣਾ ਕਿ ਜਿੰਨੇ ਵੀ ਸੰਸਾਰ ਦੇ ਸੁੱਖ ਹੈ ਨਾ, ਮੇਰੇ ਵਾਸਤੇ ਦੁੱਖਦਾਇਕ ਹਨ। ਇਦਾਂ ਦੀ ਮਨ ਨੂੰ ਸੱਟ ਵੱਜ ਜਾਵੇ, ਮਨ ਸ਼ਿਨ ਮਾਤਰ ਸਮੇਂ ਵਿੱਚ ਤਬਦੀਲ ਹੋ ਜਾਵੇ, ਬਦਲ ਜਾਵੇ, ਐਸੀ ਕਰਵਟ ਆ ਜਾਵੇ ਮਨ ਦੇ ਅੰਦਰ
ਕਿ ਜਿੰਨੇ ਵੀ ਸੰਸਾਰ ਦੇ ਮਾਇਆ ਦੇ ਸੁੱਖ ਹੈ, ਜਿੰਨੇ ਵੀ ਸੰਸਾਰ ਦੇ ਰਸ ਹਨ, ਇਹ ਜ਼ਹਿਰ ਦੀ ਤਰ੍ਹਾਂ ਪ੍ਰਤੀਤ ਹੋਣ ਲੱਗ ਪੈਣ। ਕਿ ਜਿੰਨੇ ਵੀ ਰਸ ਹੈ ਨਾ, ਜੇ ਇਹਨਾਂ ਨੂੰ ਮਾੜਾਂਗਾ ਤੇ ਬਾਅਦ ਵਿੱਚ ਮੈਨੂੰ ਦੁਖੀ ਹੋਣਾ ਪਵੇਗਾ। ਮਹਾਰਾਜ ਕਹਿੰਦੇ ਸਾਰੀ ਬਿਰਧ ਨੂੰ ਬਣਾਉਣ ਵਾਲਾ ਕੌਣ ਹੈ? ਪ੍ਰਮਾਤਮਾ ਆਪ ਹੈ। ਪਤਾ ਨਹੀਂ ਕਿਹੜੀ ਬਿਰਧ ਦੁਆਰਾ ਪਰਮੇਸ਼ਰ ਨੇ ਆਪਣੇ ਸਰੂਪ ਦੇ ਵਿੱਚ ਪ੍ਰਮਾਤਮਾ ਨੇ ਜੀਵ ਨੂੰ ਮਿਲਾ ਲੈਣਾ, ਜੀਵ ਦੀ ਅਭੇਰਤਾ ਕਰਾ ਦੇਣੀ ਹੈ, ਕਿਹੜੀ ਬਿਰਧ ਬਣਾ ਦੇਣੀ ਜ਼ਿੰਦਗੀ ਵਿੱਚ, ਕਿਦਾਂ ਦਾ ਕੋਈ ਘਟਨਾ ਘਟ ਜਾਣੀ ਹੈ, ਜਿਸ ਕਰਕੇ ਸੰਸਾਰ ਤੋਂ ਉਪਰਾਮ ਹੋ ਕੇ ਪ੍ਰਮਾਤਮਾ ਦੇ ਵਿੱਚ ਮਿਲਣਾ ਹੈ। ਨਰਕ ਨਾ ਡੀਠੜਿਆ। ਸਤਿਗੁਰੂ ਜੀ ਕਹਿੰਦੇ ਤਿੰਨਾਂ ਨੇ ਨਰਕਾਂ ਦਾ ਦਰਵਾਜ਼ਾ ਕਦੇ ਦੇਖਿਆ ਨਹੀਂ ਕੀਤਾ। ਤੇ ਇਹਨਾਂ ਨੂੰ ਨਰਕਾਂ ਦੇ ਵਿੱਚ ਪੈਣਾ ਤਾਂ ਬੜੀ ਦੂਰ ਦੀ ਗੱਲ ਹੈ, ਨਰਕ ਦੇਖਣਾ ਵੀ ਨਹੀਂ ਪਏ। ਤੇ ਇਹਨਾਂ ਨੂੰ ਨਰਕ ਦੇ ਦੇਖਣ ਦੇ ਵਿੱਚ ਵੀ ਕਹਿੰਦੇ ਨਸੀਬ ਨਹੀਂ ਹੋਣਾ ਕੀਤੇ। ਸਿਮਰਤ ਨਾਰਾਇਣ। ਜਿਨ੍ਹਾਂ ਨੇ ਨਾਰਾਇਣ ਪਰਮੇਸ਼ਰ ਦਾ ਸਿਮਰਨ ਕੀਤਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਜਾਪ ਕੀਤਾ, ਨਰਕ ਨਾ ਡੀਠੜਿਆ। ਤੇ ਇਹਨਾਂ ਨੂੰ ਨਰਕ ਦੇਖਣੇ ਹੀ ਨਹੀਂ ਪਏ, ਨਰਕਾਂ ਦੇ ਪਾਸ ਹੀ ਨਹੀਂ ਜਾਣਾ ਪਿਆ ਕਿ ਨਰਕ ਕਿੱਦਾਂ ਦੇ ਹੁੰਦੇ ਆ। ਕਿੰਨਾ ਭਿਆਨਕ ਦੁੱਖ ਹੈ ਨਰਕਾਂ ਦੀ ਅੱਗ ਦਾ, ਕਿੰਨੇ ਬੇਅੰਤ ਪ੍ਰਕਾਰ ਦੇ ਨਰਕ ਹਨ, ਕਿੰਨਾ ਕਿੰਨਾ ਦੁਖੀ ਹੋਣਾ ਪੈਂਦਾ ਨਰਕਾਂ ਵਿੱਚ ਪੈ ਕੇ। ਉਹ ਦੁੱਖਾਂ ਦਾ ਸਾਹਮਣਾ ਤਾਂ ਕਰਨਾ ਦੂਰ ਰਿਹਾ, ਉਹ ਨਰਕ ਦੇਖਣੇ ਵੀ ਨਹੀਂ ਪੈਣੇ ਜੇ ਪਰਮਾਤਮਾ ਦਾ ਸਿਮਰਨ ਕਰਦਾ ਹੈ। ਨਾਰਾਇਣ, ਜਿਸ ਪਰਮਾਤਮਾ ਦੇ ਘਰ ਦੇ ਵਿੱਚ ਕਦੇ ਅਵਿਦਿਆ ਰੂਪ ਰਾਇਣ ਰਹਿਤਰੀ ਨਹੀਂ ਆਉਂਦੀ, ਜੋ ਨਰਾਂ ਦੇ ਵਿੱਚ ਆਇਆ ਹੋਇਆ ਪਰਮੇਸ਼ਰ ਹੈ, ਉਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਨਰਕ ਦੇਖਣੇ ਵੀ ਨਹੀਂ ਪੈਂਦੇ, ਜੀਵ ਪ੍ਰਮਾਤਮਾ ਦੇ ਘਰ ਚਲਾ ਜਾਂਦਾ ਹੈ। ਜੈ ਜੈ ਧਰਮ ਕਰੇ। ਹਜੂਰ ਕਹਿੰਦੇ ਹਨ ਜਿਹੜਾ ਜੀਵ ਜੀਵਨ ਦੇ ਅੰਦਰ ਧਰਮ ਨੂੰ ਧਾਰਨ ਕਰ ਲੈਂਦਾ, ਉਹਦੀ ਸਭ ਥਾਵਾਂ ਤੇ ਜੈ ਜੈਕਾਰ ਹੁੰਦੀ ਹੈ। ਧਰਮ ਕਰੇ ਅਥਵਾ ਧਰਮ ਰਾਜਾ ਵੀ ਉਹਨਾਂ ਦੀ ਜੈ ਜੈਕਾਰ ਕਰਦਾ, ਉਹਨਾਂ ਦੀ ਆਓ ਭਗਤੀ ਕਰਦਾ, ਉਹਨਾਂ ਦਾ ਸਤਿਕਾਰ ਕਰਦਾ, ਆਦਰ ਮਾਣ ਕਰਦਾ ਹੈ। ਆਓ ਜੀ, ਭਗਤ ਜੀ, ਗੁਰਮੁਖ ਜੀ, ਗੁਰਸਿੱਖ ਜੀ, ਸੰਤ ਜੀ, ਮਹਾਂਪੁਰਖ ਜੀ, ਧਰਮ ਰਾਜਾ ਵੀ ਉਹਨਾਂ ਦਾ ਸਤਿਕਾਰ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਕਿ ਨਾਨਕ ਧਰਮ ਐਸੇ ਚਾਵਹਿ ਕੀਤੋ ਭਵਨ ਪੁਨੀਤ। ਮਹਾਰਾਜ ਹੇ ਗਰੀਬ ਨਵਾਜ, ਆਪਨੇ ਕਿਰਪਾ ਕੀਤੀ, ਮੇਰੇ ਗ੍ਰਹਿ ਦੇ ਵਿੱਚ ਮੁਬਾਰਕ ਚਰਨ ਪਾਏ ਹਨ। ਧਰਮ ਰਾਜਾ ਸਤਿਕਾਰ ਕਰਦਾ ਗੁਰਮੁਖਾਂ ਦਾ, ਬੰਦਗੀ ਕਰਨ ਵਾਲਿਆਂ ਦਾ। ਇਹ ਹਜੂਰ ਕਹਿੰਦੇ ਜੈ ਜੈਕਾਰ, ਦੋਹਾਂ ਲੋਕਾਂ ਵਿੱਚ ਉਹਨਾਂ ਦੀ ਜੈ ਜੈਕਾਰ ਹੈ, ਜਿਨ੍ਹਾਂ ਨੇ ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਿਆ ਹੈ। ਦੂਤ ਭਏ ਪਲਾਇਣ। ਤੇ ਜਿਹੜੇ ਦੁਖਦਾਇਕ ਦੂਤ ਹਨ ਵਿਕਾਰਾਂ ਰੂਪੀ, ਉਹ ਪਲਾਇਣ ਭੱਜ ਗਏ ਹੈ। ਉਹਨਾਂ ਨੂੰ ਭੱਜਣਾ ਪਿਆ ਜਦੋਂ ਪ੍ਰਮਾਤਮਾ ਦੀ ਯਾਦ ਹਿਰਦੇ ਅੰਦਰ ਆ ਕੇ ਵਸ ਗਈ ਹੈ। ਵਿਕਾਰਾਂ ਰੂਪੀ ਦੂਤ ਭੱਜ ਜਾਂਦੇ ਆ, ਬਾਰ-ਬਾਰ ਜਿਹੜੇ ਜੀਵ ਨੂੰ ਦੁੱਖ ਦਿੰਦੇ ਆ। ਮਹਾਰਾਜ ਕਹਿੰਦੇ ਸਾਰੇ ਹੀ ਉਹਨਾਂ ਦੇ ਵਿਕਾਰਾਂ ਰੂਪੀ ਦੂਤ, ਪ੍ਰਤੱਖ ਵੀ ਜਿਹੜੇ ਦੂਤ ਹਨ, ਸਾਰੇ ਭੱਜ ਗਏ ਹਨ। ਧਰਮ ਧੀਰਜ ਸਹਿਜ ਸੁਖੀਏ। ਜਿਨ੍ਹਾਂ ਨੂੰ ਪ੍ਰਮਾਤਮਾ ਨੇ ਧਰਮ ਦੀ ਦਾਤ ਬਖਸ਼ੀ ਹੈ, ਹਿਰਦੇ ਅੰਦਰ ਧੀਰਜਤਾ ਦਿੱਤੀ ਹੈ, ਸਹਿਜ ਹਿਰਦੇ ਦੀ ਅਡੋਲਤਾ ਬਖਸ਼ੀ ਹੈ, ਮਹਾਰਾਜ ਕਹਿੰਦੇ ਉਹ ਹੀ ਸੁਖੀਏ, ਆਤਮਿਕ ਸੁਖ ਵਾਲੇ ਹਨ। ਸਾਧ ਸੰਗਤ ਹਰ ਭਜੇ। ਉਹ ਗੁਰਮੁਖ ਪਿਆਰੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਭਜਨ ਕਰਦੇ ਹਨ, ਹਿਰਦੇ ਹੋ ਕੇ ਪਰਮੇਸ਼ਰ ਦਾ ਜਸ ਸਰਵਣ ਕਰਦੇ ਹਨ। ਕਰ ਅਨੁਗ੍ਰਹ ਰਾਖ ਲੀਨੇ। ਪ੍ਰਮਾਤਮਾ ਨੇ ਜਿਨ੍ਹਾਂ ਤੇ ਵਿਸ਼ੇਸ਼ ਕਰਕੇ ਕਿਰਪਾ ਕੀਤੀ ਹੈ, ਤਿਨਾਂ ਨੂੰ ਵਿਕਾਰਾਂ ਵਿੱਚ ਗਲਤਾਨ ਹੋੜੇ ਤੋਂ ਰੱਖਿਆ ਹੈ, ਰੱਖ ਲਿਆ ਹੈ। ਪ੍ਰਮਾਤਮਾ ਨੇ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ, ਕਿਉਂਕਿ ਇਹ ਸਤਿਗੁਰੂ ਜੀ ਦਾ ਬਿਰਧ ਹੈ। ਜਿਵੇਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੀ ਸਤਿਗੁਰੂ ਜੀ ਨੇ ਭਾਈ ਜੋਗਾ ਸਿੰਘ ਦੀ ਰੱਖਿਆ ਕੀਤੀ, ਸਾਰੀ ਰਾਤ ਪਹਿਰਾ ਦੇ ਕੇ। ਪਾਪ ਕਰਮਾਂ ਦੀ ਨਰਕ ਦੀ ਅੱਗ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਾਇਆ। ਜੇ ਗੁਰੂ ਚਰਨਾਂ ਦੇ ਨਾਲ ਸਿੱਖ ਦਾ ਪਿਆਰ ਹੋਵੇ ਨਾ, ਤੇ ਮਹਾਰਾਜ ਜ਼ਰੂਰ ਪ੍ਰਤੱਖ ਵੀ ਪਾਪ ਕਰਮਾਂ ਦੀ ਅੱਗ ਤੋਂ ਬਚਾ ਲੈਂਦੇ ਆ। ਬਾਅਦ ਵਿੱਚ ਤਾਂ ਨਰਕਾਂ ਵਿੱਚ ਪੈਣ ਹੀ ਨਹੀਂ ਨਾ ਦਿੰਦੇ। ਜੇ ਪ੍ਰਤੱਖ ਵੀ ਕੋਈ ਮਾੜਾ ਪੂਰਬਲਾ ਸੰਸਕਾਰ ਅੱਗੇ ਆ ਜਾਂਦਾ ਤੇ ਸਤਿਗੁਰੂ ਦੀ ਜੀਵ ਦੀ ਰੱਖਿਆ ਕਰਕੇ ਆਪਣੇ ਚਰਨਾਂ ਦਾ ਪਿਆਰ ਹੀ ਦਿੰਦੇ ਆ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਿਰਧ ਹੈ। ਹਜੂਰ ਨੇ ਫਰਮਾਨ ਕੀਤਾ, ਹੈ ਗੁਰਸਿੱਖੋ ਕਰ ਅਨੁਗ੍ਰਹ ਰਾਖ ਲੀਨੇ। ਪਰਮਾਤਮਾ ਨੇ ਜਿਨ੍ਹਾਂ ਤੇ ਵਿਸ਼ਿਸ਼ਟ ਕਿਰਪਾ ਕੀਤੀ ਹੈ,
ਆਪਣੇ ਚਰਨਾਂ ਦੇ ਨਾਲ ਜਿਨ੍ਹਾਂ ਨੂੰ ਜੋੜ ਕੇ ਰੱਖਿਆ ਤੇ ਇਹਨਾਂ ਨੂੰ ਨਰਕਾਂ ਵਿੱਚ ਪੈਣੇ ਤੋਂ ਰੱਖਿਆ ਕਰਨ ਲਈ ਬਚਾ ਲਿਆ, ਪ੍ਰਤੱਖ ਵੀ ਪਾਪ ਕਰਮਾਂ ਵਿੱਚ ਗਲਤਾਨ ਹੋਣੇ ਤੋਂ, ਪਾਪ ਕਰਮਾਂ ਦੀ ਅੱਗ ਦੇ ਵਿੱਚ ਪੈਣੇ ਤੋਂ ਬਚਾਇਆ ਹੈ। ਮੋਹ ਮਮਤਾ ਸਭ ਤਜੇ, ਤਿੰਨਾਂ ਗੁਰਮੁਖ ਪਿਆਰਿਆਂ ਨੇ ਸਰੀਰਾਂ ਦਾ ਮੋਹ, ਪਦਾਰਥਾਂ ਦੀ ਮਮਤਾ, ਮੇਰ ਤੇਰ ਸਭ ਛੱਡ ਦਿੱਤੇ ਹਨ। ਗਹਿ ਕੰਠ ਲਾਏ ਗੁਰ ਮਿਲਾਏ, ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਲ ਮਿਲਾਇਆ ਹੈ, ਅਕਾਲ ਪੁਰਖ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਹੈ ਜੋ ਬਿਰਤੀ ਰੂਪ ਭੁਜਾ ਨੂੰ ਫੜ ਕਰਕੇ ਆਪਣੇ ਵਿੱਚ ਮਿਲਾ ਲਿਆ, ਆਪਣੀ ਅਭੇਰਤਾ ਬਖਸ਼ੀ ਹੈ। ਪਰਮਾਤਮਾ ਨੇ ਐਸੀ ਕਿਰਪਾ ਕੀਤੀ, ਸਾਡੀ ਚਿੱਤ ਬਿਰਤੀ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਅਭੇਦ ਕਰ ਲਿਆ ਹੈ। ਗੋਬਿੰਦ ਜਪਤ ਅਗਾਇਣ, ਹਜੂਰ ਕਹਿੰਦੇ ਪ੍ਰਮਾਤਮਾ ਦੇ ਹੁਣ ਗੋਬਿੰਦ ਵਾਹਿਗੁਰੂ ਦਾ ਜਾਪ ਕਰਕੇ ਨਾ, ਜਪਣੇ ਯੋਗ ਪ੍ਰਮਾਤਮਾ ਦਾ ਜਪ ਕਰਕੇ ਹਿਰਦੇ ਕਰਕੇ ਅਗਾਇਣ ਰੱਜ ਗਏ ਹਾਂ। ਹਿਰਦੇ ਕਰਕੇ ਤ੍ਰਿਪਤੀ ਹੋ ਗਈ ਹੈ, ਕਿਉਂਕਿ ਮਨ ਗੁਰੂ ਕਿਰਪਾ ਤੋਂ ਬਿਨਾਂ ਕਦੇ ਨਹੀਂ ਰੱਜਦਾ। ਮਨ ਦਾ ਸੁਭਾਅ ਹੀ ਇਦਾਂ ਦਾ ਹੈ, ਸਤਿਗੁਰੂ ਜੀ ਦੀ ਕਿਰਪਾ ਪ੍ਰਾਪਤ ਹੋਵੇ ਤਾਂ ਸਾਧ ਸੰਗਤ ਜੀ ਮਨ ਰੱਜਦਾ ਹੈ, ਤ੍ਰਿਪਤ ਹੁੰਦਾ ਹੈ। ਨਹੀਂ ਤਾਂ ਮਨ ਦਾ ਸੁਭਾਅ ਇਦਾਂ ਦਾ, ਇਹ ਨਹੀਂ ਕਦੇ ਕਹਿੰਦਾ ਕਿ ਮੈਂ ਰੱਜ ਗਿਆ। ਜਿੰਨੇ ਮਰਜ਼ੀ ਭਾਵੇਂ ਸਾਜੋ ਸਮਾਨ ਧਨ ਪਦਾਰਥ ਪੱਲੇ ਬੰਨ੍ਹ ਦਿੱਤੇ ਜਾਣ, ਦੁਨੀਆ ਭਰ ਦੇ ਸੁੱਖ ਬੰਦੇ ਦੇ ਕੋਲ ਆ ਜਾਣ, ਫਿਰ ਵੀ ਨਹੀਂ ਕਹੇਗਾ ਕਿ ਮੈਂ ਰੱਜ ਗਿਆ। ਮਨ ਕਰਕੇ ਜਦੋਂ ਤੱਕ ਤ੍ਰਿਪਤੀ ਨਹੀਂ ਹੁੰਦੀ, ਤੇ ਉਹ ਤ੍ਰਿਪਤੀ ਤਾਂ ਹੁੰਦੀ ਹੈ ਜਦੋਂ ਪਰਮਾਤਮਾ ਸਬਰ ਸੰਤੋਖ ਬਖਸ਼ਦਾ ਹੈ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਕਦੇ ਵੀ ਕੋਈ ਰਜਿਆ ਨਹੀਂ, ਨਾ ਕੋਈ ਰਜ ਸਕੇਗਾ। ਤੇ ਹਜੂਰ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਉਣੇ ਕਰਕੇ ਮਨ ਤ੍ਰਿਪਤ ਹੋਇਆ ਹੈ। ਬਿਨਵੰਤ ਨਾਨਕ ਸਿਮਰ ਸੁਆਮੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਆਖ ਰਹੇ ਹੈ, ਹੇ ਜੀਵ ਸੁਆਮੀ ਮਾਲਕ ਪਰਮੇਸ਼ਰ ਅਕਾਲ ਪੁਰਖ ਨੂੰ ਸਿਮਰਨਾ ਕਰ, ਸਾਗਲ ਆਸ ਪੁਜਾਇਣ, ਫਿਰ ਸਾਰੀਆਂ ਆਸਾਂ ਤੇਰੀਆਂ ਪੁਜਾਇਣ ਪੂਰੀਆਂ ਕਰ ਦੇਵੇਗਾ। ਸਾਰੀਆਂ ਆਸਾਂ ਪੁੱਜ ਜਾਣਗੀਆਂ। ਕੋਈ ਵੀ ਮਨ ਦੀ ਖਾਹਿਸ਼, ਕੋਈ ਇੱਛਾ ਨਹੀਂ ਮਨ ਦੇ ਵਿੱਚ ਰਹਿ ਜਾਵੇਗੀ ਜਿਹੜੀ ਨਾ ਪੂਰੀ ਹੋਣੀ ਵਾਲੀ ਹੋਵੇ। ਹਰ ਇੱਕ ਆਸ, ਹਰ ਇੱਕ ਇੱਛਾ ਨੂੰ ਪੂਰੀਆਂ ਕਰਨ ਵਾਲਾ ਪਰਮੇਸ਼ਰ ਹੈ। ਪ੍ਰਮਾਤਮਾ ਦਾ ਨਾਮ ਹੈ ਜੋ ਫਲ ਵਰਦਾਤਾ ਹੈ। ਇਸ ਕਰਕੇ ਹਜੂਰ ਕਹਿੰਦੇ ਹਨ, ਸਿਮਰ ਸੁਆਮੀ, ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਜਿਨ੍ਹਾਂ ਨੇ ਸਿਮਰਨੇ ਯੋਗ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ, ਤਿਨਾਂ ਦੀ ਹਰ ਇੱਕ ਆਸ ਪਰਮੇਸ਼ਰ ਨੇ ਪੂਰੀ ਕੀਤੀ ਹੈ। ਹਰ ਇੱਕ ਜੀਵ ਦੀ ਇੱਛਾ ਪ੍ਰਮਾਤਮਾ ਨੇ ਬਖਸ਼ਿਸ਼ ਕਰਕੇ ਪੂਰੀ ਕੀਤੀ ਹੈ, ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ। ਕਿਉਂਕਿ ਪ੍ਰਮਾਤਮਾ ਦੇ ਸਿਮਰਨ ਦੀਆਂ ਹੀ ਸਾਰੀਆਂ ਬਰਕਤਾਂ ਨੇ। ਸੁਖਮਨੀ ਸਾਹਿਬ ਗੁਰਬਾਣੀ ਦਾ ਪਾਠ ਅਸੀਂ ਸਾਰੇ ਹੀ ਲਗਭਗ ਪ੍ਰੇਮੀ ਕਰਦੇ ਹੋਵਾਂਗੇ, ਸੰਗਤ ਵਿੱਚ ਬੈਠੇ ਆ, ਤੇ ਕਿੰਨਾ ਸਰਲ ਮਹਾਰਾਜ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ। ਪਹਿਲੀਆਂ ਦੋ ਅਸ਼ਟਪਦੀਆਂ ਵੀ ਸਿਮਰਨ ਦਾ ਹੀ ਮਹਾਤਮ ਦੱਸਿਆ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਮਹਾਰਾਜ ਨੇ ਸਾਰਾ ਸਿਮਰਨ ਦਾ ਹੀ ਮਹਾਤਮ ਦੱਸਿਆ ਕਿ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਗਰਭ ਦੀਆਂ ਜੂਨਾਂ ਵਿੱਚ ਨਹੀਂ ਪੈਣਾ ਪੈਂਦਾ, ਕਾਲ ਦੀ ਲਪੇਟ ਵਿੱਚ ਨਹੀਂ ਆਉਣਾ ਪੈਂਦਾ, ਜਮਨ ਦੀ ਮਾਰ ਤੋਂ ਬਚਾਅ ਹੋ ਜਾਂਦਾ, ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਈਦਾ। ਪ੍ਰਮਾਤਮਾ ਦੇ ਸਿਮਰਨ ਕਰਨੇ ਕਰਕੇ ਸਾਰੀਆਂ ਦਾਤਾਂ ਮਿਲ ਜਾਂਦੀਆਂ। ਪਰ ਸਿਮਰਨ ਕਰਦੇ ਕੌਣ ਹਨ ਮਹਾਰਾਜ? ਸਤਿਗੁਰੂ ਜੀ ਨੂੰ ਪੁੱਛੀਏ ਤੇ ਹਜੂਰ ਕਹਿੰਦੇ, ਸੇ ਸਿਮਰਹਿ ਜਿਨ ਆਪ ਸਿਮਰਾਏ। ਉਹ ਸਿਮਰਨ ਕਰਦੇ ਆ ਪ੍ਰਮਾਤਮਾ ਜਿਨ੍ਹਾਂ ਤੋਂ ਆਪ ਕਿਰਪਾ ਕਰਕੇ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਕਰਾਉਂਦਾ। ਆਪਣਾ ਕੋਈ ਬਲ ਥੋੜਾ ਹੈ, ਨਹੀਂ ਤਾਂ ਅਸੀਂ ਤਾਂ ਬਾਰ-ਬਾਰ ਆਲਸ ਹੀ ਕਰਦੇ ਰਹਿੰਦੇ ਹਾਂ, ਦਲਿੱਦਰ ਹੀ ਬਾਰ-ਬਾਰ ਧਾਰਨ ਕਰੀ ਰੱਖਦੇ ਆ। ਪਰਮੇਸ਼ਰ ਦੇ ਨਾਮ ਜਪਣ ਤੋਂ, ਸਿਮਰਨ ਕਰਨ ਤੋਂ ਬਹੁਤ ਅਵੇਸਲੇ ਹੁੰਦੇ ਰਹਿੰਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਉਦਮ ਬਖਸ਼ਣ, ਬਲ ਬਖਸ਼ਿਸ਼ ਕਰਨ, ਤਾਂ ਹੀ ਮਨ ਕਰਕੇ ਪਰਮਾਤਮਾ ਦਾ ਸਿਮਰਨ ਕਰਦੇ ਆ। ਨਹੀਂ ਤਾਂ ਐਵੇਂ ਵਿਖਾਵਾ ਹੀ ਬਹੁਤਾ ਅਸੀਂ ਸੰਸਾਰ ਦੇ ਅੰਦਰ ਕਰਦੇ ਰਹਿੰਦੇ ਹਾਂ। ਇਸ ਕਰਕੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਹੈ, ਜੀਵ ਸਾਰੀਆਂ ਆਸਾਂ ਪਰਮਾਤਮਾ ਪੂਰੀਆਂ ਕਰ ਦੇਵੇਗਾ। ਸਿਮਰਨ ਯੋਗ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਨਿਧ ਸਿੱਧ ਚਰਨ ਗਹੇ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਰੂਪ ਚਰਨ ਗਹੇ, ਨਾਮ ਪਕੜਨ ਦਾ ਹੈ, ਫੜਨ ਦਾ ਹੈ। ਮਨ ਰੂਪ ਹੱਥਾਂ ਦੇ ਨਾਲ ਘੁੱਟ ਕੇ ਪਰਮੇਸ਼ਰ ਦੇ ਨਾਮ ਰੂਪ ਚਰਨਾਂ ਨੂੰ ਫੜ ਲਿਆ ਹੈ।
ਮਹਾਰਾਜ ਕਹਿੰਦੇ ਨਿਧੀਆਂ ਕੀ ਸਿੱਧੀਆਂ ਕੀ ਸਾਰੀਆਂ ਕਰਾਮਾਤਾਂ ਉਹਨਾਂ ਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਨੇ ਕਿ ਸਾਨੂੰ ਧਾਰਨ ਕਰ ਲਓ। ਪਰ ਗੁਰਮੁਖ ਜਨ ਉਹਨਾਂ ਨੂੰ ਧਾਰਦੇ ਨਹੀਂ ਹੈ, ਅਪਣਾਉਂਦੇ ਨਹੀਂ ਸਵੀਕਾਰ ਕਰਦੇ ਕਿ ਜੇ ਇਹਨਾਂ ਨੂੰ ਧਾਰਨ ਕਰ ਲਿਆ ਤੇ ਵਾਹਿਗੁਰੂ ਦੇ ਨਾਮ ਦਾ ਰਸ ਸਾਡੇ ਹਿਰਦਿਓਂ ਚਲਾ ਜਾਵੇਗਾ। ਜੇ ਇਹਨਾਂ ਵਿੱਚ ਮਨ ਪਰਚ ਗਿਆ ਨਾ ਕਰਾਮਾਤਾਂ ਦੇ ਵਿੱਚ, ਲੋਕ ਸਾਡੀ ਆਓ ਭਗਤੀ ਕਰਨ ਲੱਗ ਪਏ ਸ਼ਕਤੀਆਂ ਦੇਖ ਕੇ, ਕਿਸੇ ਨੂੰ ਵਰਦਾਨ ਦੇ ਦਿੱਤਾ, ਕਿਸੇ ਨੂੰ ਸਰਾਫ ਦੇ ਦਿੱਤਾ, ਤੇ ਲੋਕਾਂ ਨੇ ਬੜੀ ਸਾਡੀ ਆਪ ਭਗਤੀ ਕਰਨੀ ਸ਼ੁਰੂ ਕਰ ਦੇਣੀ ਹੈ। ਤੇ ਸਾਧ ਸੰਗਤ ਜੀ, ਬੰਦਾ ਮਰਦਾ ਹੀ ਉਦੋਂ ਹੈ ਜਦੋਂ ਸੰਸਾਰ ਦੀ ਖੁਸ਼ਾਮਦ ਪਾਉਣ ਦੇ ਵਾਸਤੇ ਕੋਈ ਨਾ ਕੋਈ ਸ਼ਕਤੀਆਂ ਵਿਖਾਉਣੀਆਂ ਸ਼ੁਰੂ ਕਰ ਦਿੰਦਾ। ਉਦੋਂ ਫਿਰ ਮਾਣ ਆ ਜਾਂਦਾ ਮਨ ਦੇ ਅੰਦਰ ਕਿ ਲੋਕ ਮੇਰੀ ਪੂਜਾ ਕਰਦੇ ਆ, ਲੋਕ ਮੇਰੀ ਆਓ ਭਗਤੀ ਕਰਦੇ, ਮੇਰੇ ਕੋਲ ਸ਼ਕਤੀਆਂ ਨੇ। ਤੇ ਉਹ ਫਿਰ ਪ੍ਰਮਾਤਮਾ ਤੇ ਭੁੱਲ ਜਾਂਦਾ ਹੈ, ਕੇਵਲ ਆਪਣੀ ਸ਼ੋਭਾ ਮਾਣ ਤੇ ਵਡਿਆਈ ਬੰਦੇ ਨੂੰ ਚੇਤੇ ਰਹਿ ਜਾਂਦਾ ਹੈ। ਹਰ ਸਮੇਂ ਉਹ ਚੇਤਾ ਕਰਦਾ ਰਹਿੰਦਾ ਹੈ ਤੇ ਪ੍ਰਮਾਤਮਾ ਤਾਂ ਭੁੱਲ ਹੀ ਜਾਂਦਾ ਹੈ। ਜਿਸ ਦਾ ਸਿਮਰਨ ਕਰਕੇ ਦਾਤ ਪ੍ਰਾਪਤ ਹੋਈ ਹੁੰਦੀ ਹੈ, ਉਹ ਦਾਤਾ ਤਾਂ ਵਿਸਰ ਜਾਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਫਿਰ ਚੰਗੀਆਂ ਲੱਗਣ ਲੱਗ ਪੈਂਦੀਆਂ ਤੇ ਦਾਤਾ ਵਿਸਰ ਜਾਂਦਾ ਹੈ। ਜੇ ਦਾਤਾ ਵਿਸਰ ਜਾਵੇ ਫਿਰ ਦਾਤਾਂ ਵੀ ਸਾਧ ਸੰਗਤ ਸਹਿਜੇ ਸਹਿਜੇ ਵਿਸਰਨ ਲੱਗ ਪੈਂਦੀਆਂ। ਜੇ ਦਾਤਾ ਚੇਤੇ ਰਵੇ ਤੇ ਦਾਤਾਂ ਵੀ ਫਿਰ ਬਰਕਰਾਰ ਰਹਿੰਦੀਆਂ ਨੇ। ਦਾਤਾਂ ਨਹੀਂ ਕਦੇ ਵੀ ਜੀਵ ਦੇ ਕੋਲੋਂ ਜਾਂਦੀਆਂ ਜੇ ਦਾਤੇ ਨੂੰ ਚੇਤੇ ਰੱਖਦਾ। ਤੇ ਪ੍ਰਮਾਤਮਾ ਵੀ ਫਿਰ ਜੀਵ ਤੋਂ ਦਾਤਾਂ ਖੋਹ ਲੈਂਦਾ ਸਹਿਜੇ ਸਹਿਜੇ ਕਿ ਇਹ ਕਿਹੜਾ ਹੁਣ ਮੇਰਾ ਸ਼ੁਕਰਾਨਾ ਕਰਦਾ, ਇਹ ਕਿਹੜਾ ਯਾਦ ਕਰਦਾ, ਇਹ ਕਿਹੜਾ ਹੁਣ ਧੰਨਵਾਦ ਕਰਦਾ। ਮਹਾਰਾਜ ਕਹਿੰਦੇ ਜਿਵੇਂ ਸਿਆਣਿਆਂ ਦਾ ਕਥਨ ਹੈ ਕਿ ਦਾਤ ਲੈਣੀ ਸੌਖੀ ਹੈ ਪਰ ਸਾਂਭਣੀ ਔਖੀ ਹੈ। ਦਾਤ ਲੈ ਲੈਣੀ ਕੋਈ ਵੱਡੀ ਗੱਲ ਨਹੀਂ ਹੈ, ਭਾਵੇਂ ਵੱਡੀ ਗੱਲ ਵੀ ਹੈ ਪਰ ਬਹੁਤੀ ਵੱਡੀ ਨਹੀਂ ਹੈ। ਪਰ ਦਾਤ ਨੂੰ ਸਾਂਭਣਾ ਸਾਧ ਸੰਗਤ ਜੀ ਵੱਡਾ ਹੈ। ਇਹ ਬੜੀ ਵੱਡੀ ਗੱਲ ਹੈ ਜਿਹੜਾ ਦਾਤ ਨੂੰ ਸਾਂਭ ਕਰਕੇ ਰੱਖਣਾ ਹੈ। ਤੇ ਪ੍ਰਮਾਤਮਾ ਨੇ ਕਿੰਨੀ ਵੱਡੀ ਦਾਤ ਸਾਨੂੰ ਮਨੁੱਖਾ ਜੀਵਨ ਦਿੱਤਾ ਹੈ। ਅਸੀਂ ਕਿੰਨੀ ਕੁ ਕਦਰ ਕਰ ਰਹੇ ਹਾਂ ਸਾਧ ਸੰਗਤ ਜੀ। ਆਪਣੇ ਅੰਦਰ ਝਾਤ ਮਾਰ ਕੇ ਦੇਖੀਏ, ਕਿੰਨੀ ਕੁ ਰੱਬ ਦੀ ਦਿੱਤੀ ਹੋਈ ਦਾਤ ਦੀ ਅਸੀਂ ਕਦਰ ਕਰ ਰਹੇ ਹਾਂ। ਨਸ਼ਿਆਂ ਵਿੱਚ ਗਲਤਾਨ, ਪਤਿਤ ਪੁਣੇ ਵਿੱਚ ਗਲਤਾਨ, ਸੰਸਾਰ ਦੇ ਵਿਸ਼ੇ ਸੁੱਖਾਂ ਦੇ ਵਿੱਚ ਗਲਤਾਨ, ਪਾਪ ਕਰਮਾਂ ਵਿੱਚ ਗਲਤਾਨ, ਕਿੰਨੀ ਕੁ ਸਰੀਰ ਦੀ ਅਸੀਂ ਕਦਰ ਕਰ ਰਹੇ ਹਾਂ। ਜਿਹੜਾ ਮਨੁੱਖਾ ਸਰੀਰ ਪ੍ਰਮਾਤਮਾ ਨੇ ਇਹ ਦਰੁਸਤ ਦਿੱਤਾ ਹੈ ਨਾ, ਹੱਥ ਪੈਰ ਇੰਦਰੇ ਸਹੀ ਸਲਾਮਤ ਕੰਮ ਕਰਦੇ ਆ। ਸਾਧ ਸੰਗਤ ਜੀ ਕਿੰਨੀ ਕੁ ਅਸੀਂ ਕਦਰ ਕਰ ਰਹੇ ਹਾਂ ਇਹ ਸਾਨੂੰ ਪਤਾ ਹੈ। ਨਹੀਂ ਤਾਂ ਜਿਸ ਬੰਦੇ ਦੇ ਕੋਲ ਅੱਖਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ ਨਾ, ਉਹਨੂੰ ਪਤਾ ਇਹਨਾਂ ਦੀ ਕੀ ਕਦਰ ਹੈ। ਜਿਹਦਾ ਕੋਈ ਹੱਥ ਜਾਂ ਪੈਰ ਨਹੀਂ ਕੰਮ ਕਰਦਾ, ਉਹਨੂੰ ਪਤਾ ਇਹਨਾਂ ਦੀ ਕੀ ਕਦਰ ਹੈ। ਜ਼ੁਬਾਨ ਤੋਂ ਜਿਹੜਾ ਗੂੰਗਾ, ਉਹਨੂੰ ਪਤਾ ਜ਼ੁਬਾਨ ਦੀ ਕੀ ਕਦਰ ਹੈ। ਜ਼ਿੰਦਗੀ ਭਰ ਬੋਲ ਨਹੀਂ ਸਕਦਾ, ਬੋਲਣ ਦੀ ਸਮਰੱਥਾ ਨਹੀਂ ਹੈ, ਉਹਨੂੰ ਪਤਾ ਉਹਦੀ ਕਦਰ ਕੀ ਹੈ, ਕੀ ਕੀਮਤ ਹੈ। ਪਰ ਅਸੀਂ ਕੋਈ ਕਦਰ ਨਹੀਂ ਕਰਦੇ ਪਏ। ਪ੍ਰਮਾਤਮਾ ਨੇ ਸਾਨੂੰ ਸਹੀ ਸਲਾਮਤ ਤੇ ਦਰੁਸਤ ਪਰਮੇਸ਼ਰ ਨੇ ਜੀਵਨ ਦਿੱਤਾ ਹੈ। ਪ੍ਰਮਾਤਮਾ ਨੇ ਦਰੁਸਤ ਸਾਨੂੰ ਸਰੀਰ ਦਿੱਤਾ ਹੈ, ਫਿਰ ਵੀ ਅਸੀਂ ਕਦਰ ਨਹੀਂ ਕਰਦੇ। ਫਿਰ ਵੀ ਅੱਖਾਂ ਦੇ ਨਾਲ, ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਕਰਦੇ। ਹੋਰ ਸੰਸਾਰ ਨੂੰ ਤਾਂ ਤੱਕਦੇ ਰਹਿੰਦੇ ਆ, ਔਰ ਜ਼ੁਬਾਨ ਤੋਂ ਫੇਰ ਵੀ ਉੱਚੀ ਬੋਲ ਕਰਕੇ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਜਾਂ ਗੁਰਬਾਣੀ ਦਾ ਜਾਪ ਨਹੀਂ ਕਰਦੇ। ਤੇ ਮਹਾਰਾਜ ਸਤਿਗੁਰੂ ਜੀ ਸਤ ਸੰਗਤ ਵਿੱਚ ਚੱਲ ਕਰਕੇ ਇਹਨਾਂ ਕਦਮਾਂ ਦੇ ਨਾਲ ਨਹੀਂ ਆਉਂਦੇ। ਅਸੀਂ ਕਿੰਨੀ ਕੁ ਕਦਰ ਕਰਦੇ ਪਏ ਹਾਂ। ਇਸ ਕਰਕੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ, हे ਜੀਵ ਸੁੱਖ ਸਾਰੇ ਭਾਵੇਂ ਮਿਲ ਜਾਂਦੇ ਆ, ਪਰ ਜੇ ਪ੍ਰਮਾਤਮਾ ਦੇ ਚਰਨ ਘੁੱਟ ਕਰਕੇ ਫੜ ਲਵੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਜਿਨ੍ਹਾਂ ਨੇ ਘੁੱਟ ਕਰਕੇ ਫੜ ਲਏ ਆ, ਮਹਾਰਾਜ ਕਹਿੰਦੇ ਨਿਧੀਆਂ ਸਿੱਧੀਆਂ ਕਰਾਮਾਤਾਂ ਸਭ ਉਹਨਾਂ ਦੇ ਅਧੀਨ ਹੋ ਗਈਆਂ ਹਨ। ਤਾ ਕਿਹਾ ਕਾੜਾ, ਤਾਂ ਫਿਰ ਕਾਹਦਾ ਕਾੜਾ ਹੈ, ਕਾਹਦਾ ਦੁੱਖ ਹੈ? ਕੋਈ ਦੁੱਖ ਨਹੀਂ ਹੈ, ਕੋਈ ਤਕਲੀਫ ਨਹੀਂ ਜੇ ਪ੍ਰਮਾਤਮਾ ਦੇ ਚਰਨ ਘੁੱਟ ਕਰਕੇ ਫੜ ਲਏ ਆ। ਜੇ ਵਾਹਿਗੁਰੂ ਦਾ ਨਾਮ ਰੂਪੀ ਚਰਨ ਕਮਲਾਂ ਨੂੰ ਹਿਰਦੇ ਅੰਦਰ ਧਾਰਨ ਕਰ ਲਿਆ, ਫਿਰ ਕਿਸੇ ਪ੍ਰਕਾਰ ਦਾ ਕੋਈ ਕਾੜਾ ਨਹੀਂ ਹੈ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ ਹੈ। ਸਭ ਕਿਸ ਵਸ ਜਿਸੈ, ਸਾਰੀ ਸ੍ਰਿਸ਼ਟੀ ਜਿਸ ਪ੍ਰਮਾਤਮਾ ਦੇ ਵਸ ਹੈ, ਸਾਰੇ तमाम ਜੀਵ ਜੰਤੂ ਜਿਸ ਵਾਹਿਗੁਰੂ ਦੇ ਹੁਕਮ ਦੇ ਅਧੀਨ ਹਨ। ਸੋ ਪ੍ਰਭੂ ਅਸਾੜਾ, ਉਹ ਅਸਾੜਾ, ਉਹ ਸਾਡਾ ਪ੍ਰਭੂ ਮਾਲਕ ਹੈ। ਉਹ ਪਰਮੇਸ਼ਰ ਸਾਡੇ ਵੱਲ ਹੈ। ਜੇ ਪ੍ਰਮਾਤਮਾ ਸਾਡੇ ਵੱਲ ਹੈ
ਤਾਂ ਮਹਾਰਾਜ ਕਹਿੰਦੇ ਸਾਨੂੰ ਕਿਸੇ ਦੇ ਅਧੀਨਗੀ ਕਰਨ ਦੀ ਪਹਿਲਾਂ ਕੀ ਲੋੜ ਹੈ? ਕੀ ਐਵੇਂ ਝੂਰਨ ਦੀ ਲੋੜ ਹੈ? ਕੋਈ ਲੋੜ ਨਹੀਂ ਝੂਰਨ ਦੀ, ਕੋਈ ਲੋੜ ਨਹੀਂ ਕਿਸੇ ਦੇ ਅਧੀਨ ਹੋਰ ਕਰਕੇ ਜ਼ਿੰਦਗੀ ਵਿੱਚ ਦੁਖੀ ਹੋਣ ਦੀ। ਜੇ ਪ੍ਰਮਾਤਮਾ ਵੱਲ ਹੈ ਤਾਂ ਪ੍ਰਮਾਤਮਾ ਤਾਂ ਹੀ ਵੱਲ ਹੋਵੇਗਾ ਜੇ ਅਸੀਂ ਉਹ ਪ੍ਰਮਾਤਮਾ ਦੇ ਵੱਲ ਤੁਰਾਂਗੇ। ਅਸੀਂ ਆਪ ਹੀ ਪ੍ਰਮਾਤਮਾ ਨੂੰ ਪਿੱਠ ਦਿੱਤੀ ਹੋਈ ਹੈ, ਰੱਬ ਨੂੰ ਕਦੇ ਚੇਤੇ ਨਹੀਂ ਕਰਦੇ, ਪ੍ਰਮਾਤਮਾ ਦਾ ਕਦੇ ਵੀ ਸ਼ੁਕਰਾਨਾ ਨਹੀਂ ਕਰਦੇ, ਕਦੇ ਵੀ ਵਾਹਿਗੁਰੂ ਜੀ ਦਾ ਧੰਨਵਾਦ ਨਹੀਂ ਕਰਦੇ। ਪ੍ਰਮਾਤਮਾ ਤਾਂ ਆਪ ਅੱਗੇ ਹੋ ਕਰਕੇ ਸਾਨੂੰ ਮਿਲਣ ਦੇ ਵਾਸਤੇ ਚਾਹਵਾਨ ਹੈ, ਪਰ ਜੀਵ ਵੀ ਨਹੀਂ ਕਦੇ ਕੋਈ ਯਤਨ ਕਰਦਾ। ਪ੍ਰਮਾਤਮਾ ਤਾਂ ਸਾਡੇ ਹਿਰਦੇ ਘਰ ਦੇ ਵਿੱਚ ਹੀ ਬੈਠਾ ਹੈ, ਪਰ ਜੀਵ ਬਾਹਰ ਜੰਗਲਾਂ ਵਿੱਚ ਦਰ ਦਰ ਤੇ ਨੱਕ ਰਗੜਦਾ ਫਿਰਦਾ ਪਿਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਸੋ ਪ੍ਰਭੂ ਅਸਾੜਾ, ਸਾਡਾ ਪ੍ਰਭੂ ਮਾਲਕ ਪਰਮੇਸ਼ਰ ਆਪ ਹੈ। ਮਹਾਰਾਜ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੋ ਸੌਪਿਆ ਜਾ ਤੇਰਾ ਬੰਦਾ। ਮਹਾਰਾਜ ਜਦੋਂ ਤੇਰੀ ਬੰਦਗੀ ਕਰਨ ਵਾਲਾ ਮੈਂ ਬੰਦਾ ਬਣ ਗਿਆ ਨਾ, ਤਾਂ ਮੈਨੂੰ ਆਪ ਨੇ ਤੁਸਾਂ ਨੇ ਸਭ ਕੁਝ ਬਖਸ਼ਿਸ਼ ਕਰ ਦਿੱਤਾ। ਬੰਦਾ ਉਸੇ ਨੂੰ ਕਿਹਾ ਜਾਂਦਾ ਜਿਹੜਾ ਬੰਦਗੀ ਕਰਦਾ। ਜਿਵੇਂ ਕਿਸੇ ਸਿਆਣੇ ਨੇ ਕਿਹਾ, ਕਹਿੰਦੇ ਜੇ ਤਾਂ ਬੰਦਗੀ ਕਰਦਾ ਉਹ ਬੰਦਾ, ਨਹੀਂ ਤਾਂ ਜਾਣੋ ਫਿਰ ਗੰਦਗੀ ਹੈ, ਉਹ ਗੰਦਗੀ ਦਾ ਕੀੜਾ ਗੰਦਾ ਉਹਨੂੰ ਕਿਹਾ ਜਾਂਦਾ ਜਿਹੜਾ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ, ਪਰਮੇਸ਼ਰ ਦੀ ਬੰਦਗੀ ਤੋਂ ਹੀਣਾ ਹੈ। ਉਹ ਸੰਸਾਰ ਦੇ ਪਾਪ ਕਰਮ ਹੀ ਕਰਦਾ ਰਹਿੰਦਾ ਹੈ, ਹਰ ਸਮੇਂ ਗੰਦਗੀ ਦਾ ਕੀੜਾ ਹੀ ਬਣਿਆ ਰਹਿੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਪ੍ਰਭੂ ਉਹ ਮਾਲਕ ਸਾਡਾ ਪਰਮੇਸ਼ਰ ਹੈ, ਸਾਡੇ ਪੱਖ ਦੇ ਵਿੱਚ ਹੈ, ਤੇ ਸਾਨੂੰ ਕਾਹਦਾ ਫਿਰ ਕਾਹਦਾ ਝੂਰਨਾ ਹੈ? ਕਿਸੇ ਪ੍ਰਕਾਰ ਵੀ ਝੂਰਨਾ ਨਹੀਂ ਹੈ। ਗਹਿ ਪੁਜਾ ਲੀਨੇ ਨਾਮ ਦੀਨੇ। ਪਰਮਾਤਮਾ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦੀ ਦਾਤ ਦਿੱਤੀ ਹੈ, ਗਹਿ ਪੁਜਾ ਲੀਨੇ, ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਬਿਰਤੀ ਰੂਪ ਭੁਜਾ ਤੋਂ ਫੜ ਕੇ ਆਪਣੇ ਵਿੱਚ ਮੇਲ ਲਿਆ ਹੈ। ਕਰ ਧਾਰ ਮਸਤਕ ਰਾਖਿਆ। ਤੇ ਵਾਹਿਗੁਰੂ ਨੇ ਕਿਰਪਾ ਦੀ ਦ੍ਰਿਸ਼ਟੀ ਧਾਰਨ ਕਰਕੇ ਕਿਰਪਾ ਰੂਪ ਹੱਥ ਮਸਤਕ ਤੇ ਰੱਖ ਦੇ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਕੇ ਰੱਖ ਲਿਆ ਹੈ, ਸਾਡੀ ਰੱਖਿਆ ਕਰ ਲਈ ਹੈ। ਸਾਧ ਸੰਗਤ ਜੀ, ਜਿਸ ਬੱਚੇ ਦੀ ਉਂਗਲ ਪਿਤਾ ਨੇ ਫੜੀ ਹੋਵੇ ਉਹ ਕਦੇ ਵੀ ਸਾਧ ਸੰਗਤ ਜੀ ਕਿਸੇ ਖੂਹ ਵਿੱਚ ਨਹੀਂ ਡਿੱਗਦਾ। ਬੱਚਾ ਇਹਨਾਂ ਨੂੰ ਪਤਾ ਨਹੀਂ ਹੈ, ਉਹ ਕਦੇ ਵੀ ਅੱਗ ਦੇ ਵਿੱਚ ਹੱਥ ਨਹੀਂ ਪਾਉਂਦਾ। ਉਹ ਬੱਚਾ ਕਦੇ ਵੀ ਮਾੜੇ ਪਾਸੇ ਨਹੀਂ ਜਾਂਦਾ ਜਿਹਦੀ ਉਂਗਲ ਪਿਤਾ ਨੇ ਫੜੀ ਹੋਵੇ। ਤੇ ਜਿਸ ਬੱਚੇ ਦੀ, ਜਿਸ ਜੀਵ ਰੂਪ ਬੱਚੇ ਦੀ ਉਂਗਲ ਪਿਤਾ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਫੜ ਲੈਣ, ਉਹ ਭਲਾ ਕਿਵੇਂ ਵਿਕਾਰਾਂ ਦੇ ਖੂਹ ਦੇ ਵਿੱਚ ਡਿੱਗ ਸਕਦਾ ਹੈ? ਕਿਵੇਂ ਉਹ ਸਾਧ ਸੰਗਤ ਜੀ ਮੋਹ ਮਮਤਾ ਰੂਪੀ ਦਲਦਲੇ ਵਿੱਚ ਫਸ ਸਕਦਾ ਹੈ? ਕਿਵੇਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਸਕਦਾ ਹੈ? ਕਿਵੇਂ ਵਿਕਾਰਾਂ ਦੀ ਅੱਗ ਦੇ ਵਿੱਚ ਉਹ ਤਪ ਸਕਦਾ ਹੈ? ਨਹੀਂ ਕਦੇ ਤਪ ਸਕਦਾ, ਕਿਉਂਕਿ ਪਿਤਾ ਬੱਚੇ ਨੂੰ ਹਰ ਸਮੇਂ ਸੁਚੇਤ ਕਰਦਾ ਹੈ, ਪੁੱਤਰ ਇਹ ਖੂਹ ਦੇ ਵਿੱਚ ਡਿੱਗ ਗਿਆ ਤੇ ਤੂੰ ਮਰ ਜਾਵੇਂਗਾ, ਮੌਤ ਦੇ ਮੂੰਹ ਵਿੱਚ ਪੈ ਜਾਵੇਂਗਾ, ਤੇਰਾ ਬਚਾਅ ਨਹੀਂ ਹੋਵੇਗਾ। ਅੱਗ ਨੂੰ ਹੱਥ ਪਾਇਆ ਤੇ ਸੜ ਜਾਵੇਂਗਾ ਤਾਂ ਵੀ ਤੇਰੀ ਮੌਤ ਹੋ ਜਾਵੇਗੀ। ਇਹ ਬਾਰ-ਬਾਰ ਸੁਚੇਤ ਕਰਦਾ, ਬੱਚੇ ਦੀ ਉਂਗਲ ਫੜ ਕੇ ਪਿਤਾ ਨੂੰ ਸਮਝਾਉਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਿਤਾ ਦੀ ਤਰ੍ਹਾਂ ਪਰਮਾਤਮਾ ਜਿਨ੍ਹਾਂ ਦੀ ਉਂਗਲ ਫੜ ਲੈਂਦਾ ਨਾ, ਬਿਰਤੀ ਰੂਪ ਉਂਗਲ ਨੂੰ ਫੜ ਲੈਂਦਾ, ਉਹਨਾਂ ਨੂੰ ਕਦੇ ਫਿਰ ਟੇਢੇ ਪਾਸੇ ਨਹੀਂ ਜਾਣ ਦਿੰਦਾ, ਕਦੇ ਵੀ ਸੰਸਾਰ ਦੇ ਅੰਦਰ ਬਾਰ-ਬਾਰ ਜੰਮਣ ਮਰਨ ਦੇ ਗੇੜੇ ਵਿੱਚ ਨਹੀਂ ਪੈਣ ਦਿੰਦਾ। ਸੁਚੇਤ ਕਰਦਾ, ਸੋਝੀ ਬਖਸ਼ਿਸ਼ ਕਰ ਦਿੰਦਾ। ਜਦੋਂ ਵੀ ਜ਼ਿੰਦਗੀ ਵਿੱਚ ਕੋਈ ਮਾੜਾ ਕਦਮ ਪੁੱਟਣ ਲੱਗਦਾ, ਉਹ ਜੀਵ ਨੂੰ ਸੋਝੀ ਆਈ ਹੁੰਦੀ, ਚੇਤਾ ਆ ਜਾਂਦਾ ਕਿ ਨਾ, ਜੇ ਮੈਂ ਪਾਪ ਕਰਮ ਕੀਤਾ ਤੇ ਫਿਰ ਮੈਨੂੰ ਇਹਦਾ ਫਲ ਵੀ ਮਾੜਾ ਭੋਗਣਾ ਪਵੇਗਾ, ਮੈਨੂੰ ਕਾਲ ਦੇ ਮੂੰਹ ਦੇ ਵਿੱਚ ਜਾਣਾ ਪਵੇਗਾ। ਇਉਂ ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਕਿ ਧਾਰ ਮਸਤਕ ਰਾਖਿਆ, ਕਰ ਧਾਰ ਮਸਤਕ ਰਾਖਿਆ। ਪ੍ਰਮਾਤਮਾ ਨੇ ਕਿਰਪਾ ਰੂਪੀ ਹੱਥ ਜਿਨ੍ਹਾਂ ਦੇ ਮੱਥੇ ਤੇ ਰੱਖਿਆ ਹੈ, ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਉਹ ਕਦੇ ਵੀ ਸੰਸਾਰ ਦੇ ਟੇਢੇ ਪਾਸੇ ਨਹੀਂ ਚੱਲਦੇ, ਸਦਾ ਹੀ ਸਿੱਧੇ ਮਾਰਗ ਤੇ ਪ੍ਰੇਮਾ ਭਗਤੀ ਦੇ ਰਸਤੇ ਤੇ ਚੱਲਦੇ ਹਨ। ਸੰਸਾਰ ਸਾਗਰ ਨਹਿ ਵਿਆਪੈ। ਸੰਸਾਰ ਸਾਗਰ ਬੜਾ ਬਿਕਮ ਹੈ, ਜ਼ਹਿਰ ਦੀ ਤਰ੍ਹਾਂ ਹੈ, ਵਿਸ਼ੇ ਵਿਕਾਰ ਹਨ। ਅਥਵਾ ਇਹ ਸਾਧ ਸੰਗਤ ਜੀ, ਜਿਹੜਾ ਸੰਸਾਰ ਦੇ ਅੰਦਰ ਵਿਸ਼ੇ ਸੁੱਖਾਂ ਦੀ ਜ਼ਹਿਰ ਹੈ ਨਾ, ਹਰ ਸਮੇਂ ਜੀਵ ਨੂੰ ਬਾਰ-ਬਾਰ ਮਾਰਦੀ ਹੈ, ਕਿਉਂਕਿ ਜ਼ਹਿਰ ਦਾ ਆਪਣਾ ਸੁਭਾਅ ਤੇ ਅੰਮ੍ਰਿਤ ਦਾ ਆਪਣਾ ਸੁਭਾਅ ਹੈ। ਜ਼ਹਿਰ ਦੇ ਵਿੱਚ ਆਪਣਾ ਉਹਦਾ ਗੁਣ ਹੈ ਤੇ ਅੰਮ੍ਰਿਤ ਦਾ ਆਪਣਾ ਗੁਣ ਹੈ।
ਜ਼ਹਿਰ ਆਪਣਾ ਕੰਮ ਕਰਦੀ ਤੇ ਅੰਮ੍ਰਿਤ ਆਪਣਾ ਕੰਮ ਕਰਦਾ ਹੈ। ਜਿਹੜਾ ਮਨੁੱਖ ਜ਼ਹਿਰ ਖਾ ਲੈਂਦਾ ਹੈ ਜਾਂ ਜ਼ਹਿਰ ਪੀ ਲੈਂਦਾ, ਕਿਸੇ ਵੀ ਤਰੀਕੇ ਦੇ ਨਾਲ ਉਹਦਾ ਸਰੀਰ ਗਲਣਾ ਸ਼ੁਰੂ ਹੋ ਜਾਂਦਾ ਤੇ ਮਰਦਾ ਹੈ। ਤੇ ਜਿਹੜਾ ਮਨੁੱਖ ਅੰਮ੍ਰਿਤ ਪੀਂਦਾ ਹੈ ਉਹਨੂੰ ਅਮਰ ਪਦਵੀ ਦੀ ਦਾਤ ਮਿਲਦੀ, ਅਮਰ ਹੁੰਦਾ ਹੈ, ਉਹਨੂੰ ਸਾਧ ਸੰਗਤ ਜੀ ਜੀਵਨ ਮਿਲਦਾ ਹੈ। ਅੰਮ੍ਰਿਤ ਮਨੁੱਖ ਨੂੰ ਜੀਵਨ ਦਾਨ ਦਿੰਦਾ ਤੇ ਜ਼ਹਿਰ ਮਨੁੱਖ ਦੇ ਕੋਲੋਂ ਜੀਵਨ ਖੋਹਦਾ ਹੈ। ਇਹ ਦੋਵਾਂ ਦੇ ਆਪੋ ਆਪਣੇ ਕਰਮ ਹੈ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਪਰਮਾਤਮਾ ਨੇ ਜਿਨ੍ਹਾਂ ਜੀਵਾਂ ਤੇ ਕਿਰਪਾ ਕੀਤੀ ਹੈ ਨਾ, ਉਹਨਾਂ ਨੂੰ ਵਿਸ਼ੇ ਵਿਕਾਰਾਂ ਨੂੰ ਵੀ ਜ਼ਹਿਰ ਤੋਂ ਬਚਾ ਲਿਆ ਹੈ। ਨਾਮ ਅੰਮ੍ਰਿਤ ਦੀ ਦਾਰ ਦੇ ਕਰਕੇ ਜੀਵਨ ਦਾਨ ਦਿੱਤਾ ਹੈ। ਉਹ ਫਿਰ ਅਮਰ ਪਦਵੀ ਨੂੰ ਪ੍ਰਾਪਤ ਕਰਨ ਵਾਲੇ ਬਣ ਜਾਂਦੇ ਹੈ। ਜਿਨ੍ਹਾਂ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਉਹ ਸੰਸਾਰ ਰੂਪੀ ਬਿਕ ਜ਼ਹਿਰ ਦੇ ਵਿੱਚੋਂ ਅਭਾਵ ਉਪਰਾਮ ਹੋ ਕਰਕੇ ਬਚ ਕੇ ਨਾਮ ਅੰਮ੍ਰਿਤ ਨੂੰ ਪੀ ਕਰਕੇ ਅਮਰ ਹੋ ਜਾਂਦੇ ਹਨ। ਹਜੂਰ ਫਰਮਾਉਂਦੇ ਆ, ਫਿਰ ਇਹ ਪੰਕਤੀ ਪੜੋ ਜੀ। ਸੰਸਾਰ ਸਾਗਰ ਨਹਿ ਵਿਆਪੈ। ਸੰਸਾਰ ਸਮੁੰਦਰ ਦੇ ਵਿੱਚ ਜਿਹੜੇ ਬੜੇ ਵੱਡੇ ਪ੍ਰਬਲ ਜਿਹੜੇ ਵਿਕਾਰਾਂ ਰੂਪੀ ਮਗਰਮੱਛ ਹਨ, ਜਿਵੇਂ ਸਮੁੰਦਰ ਦੇ ਵਿੱਚ ਕਿਸੇ ਨੇ ਪਾਰ ਹੋਣਾ ਹੋਵੇ ਤੇ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ। ਕਾਮ ਕ੍ਰੋਧ ਰੂਪੀ ਵੱਡੇ ਵੱਡੇ ਮਗਰਮੱਛ ਹੈ, ਜਿਉਂਦੇ ਜੀਵ ਨੂੰ ਨਿਗਲ ਲੈਂਦੇ ਹਨ। ਫਿਰ ਆਸਾ ਤ੍ਰਿਸ਼ਨਾ ਦੀਆਂ ਤਰੰਗਾਂ ਨੇ, ਲੋਭ ਰੂਪੀ ਲਹਿਰਾਂ ਨੇ, ਜੋ ਵੱਡੇ ਵੱਡੇ ਸਾਧ ਸੰਗਤ ਜੀ ਜਦੋਂ ਲਹਿਰਾਂ ਉੱਠਦੀਆਂ ਨਾ, ਕਿੱਡੇ ਕਿੱਡੇ ਵੱਡੇ ਵੱਡੇ ਜਿਹੜੇ ਸਮੁੰਦਰਾਂ ਦੇ ਵਿੱਚ ਜੋ ਬੇੜੇ ਹੁੰਦੇ ਆ, ਜਹਾਜ਼ ਹੁੰਦੇ, ਉਹਨਾਂ ਨੂੰ ਵੀ ਸਾਧ ਸੰਗਤ ਜੀ ਆਪਣੇ ਵਿੱਚ ਹੀ ਸਮੇਟ ਲੈਂਦੇ ਆ ਨਾ। ਇਸੇ ਪ੍ਰਕਾਰ ਲੋਭ ਰੂਪੀ ਜਿਹੜੀਆਂ ਲਹਿਰਾਂ ਨੇ, ਇਹ ਜੀਵ ਰੂਪੀ ਜਿਹੜਾ ਸਰੀਰ ਰੂਪੀ ਬੇੜਾ ਨੂੰ ਲਪੇਟ ਲੈਂਦੇ, ਆਪਣੇ ਵਿੱਚ ਹੀ ਡੁਬੋ ਲੈਂਦੇ ਆ। ਆਸਾ ਤ੍ਰਿਸ਼ਨਾ ਦੀਆਂ ਤਰੰਗਾਂ ਉੱਠਦੀਆਂ ਨੇ, ਕਾਮ ਕ੍ਰੋਧ ਰੂਪੀ ਵੱਡੇ ਵੱਡੇ ਮਗਰਮੱਛ ਹੈ, ਜਿਉਂਦੇ ਜੀਵ ਨੂੰ ਨਿਗਲ ਲੈਂਦੇ ਆ, ਖਾ ਜਾਂਦੇ ਨੇ। ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਸੰਸਾਰ ਸਾਗਰ ਨਹਿ ਵਿਆਪੈ। ਸੰਸਾਰ ਰੂਪੀ ਸਮੁੰਦਰ ਦੇ ਵਿਕਾਰਾਂ ਰੂਪੀ ਮਗਰਮੱਛ, ਲਹਿਰਾਂ, ਤਰੰਗਾਂ, ਇਹ ਕੁਝ ਵੀ ਵਿਆਪਦੇ ਨਹੀਂ ਹਨ। ਆਮਿਓ ਹਰ ਰਸ ਚਾਖਿਆ। ਜਿਨ੍ਹਾਂ ਨੇ ਅੰਮ੍ਰਿਤਮਈ ਪਰਮੇਸ਼ਰ ਦਾ ਨਾਮ ਰਸ ਚਖਿਆ ਹੈ, ਉਹਨਾਂ ਨੂੰ ਕਦੇ ਵਿਕਾਰਾਂ ਦੀ ਜ਼ਹਿਰ ਨਹੀਂ ਲੱਗਦੀ। ਉਹਨਾਂ ਨੂੰ ਵਿਕਾਰਾਂ ਰੂਪੀ ਮਗਰਮੱਛ ਵੀ ਕਦੇ ਨਿਗਲ ਨਹੀਂ ਸਕਦੇ। ਸਾਧ ਸੰਗੇ ਨਾਮ ਰੰਗੇ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਰੰਗੇ ਹਨ, ਪਿਆਰੀ ਸਾਧ ਸੰਗਤ ਵਿੱਚ ਮਿਲਦੇ ਹਨ। ਸਾਧ ਸੰਗੇ ਨਾਮ ਰੰਗੇ, ਜਿਹੜੇ ਸਤ ਸੰਗੀ ਪੁਰਸ਼ ਹੁੰਦੇ ਆ ਨਾ, ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਆ। ਹੋਰ ਜਿਹੜਾ ਮਨੁੱਖ ਕੁਸੰਗਤ ਕਰਦਾ ਹੈ, ਉਹਨੂੰ ਸਾਧ ਸੰਗਤ ਜੀ ਵਿਕਾਰਾਂ ਦਾ ਰੰਗ ਚੜਿਆ ਹੁੰਦਾ। ਉਹ ਪਾਪ ਕਰਮਾਂ ਦਾ, ਪਾਪੀਆਂ ਦੀ ਖੋਟੀ ਸੰਗਤ ਕਰਦਾ, ਉਹਨੂੰ ਪਾਪ ਕਰਮਾਂ ਦਾ ਰੰਗ ਚੜ ਜਾਂਦਾ। ਚੋਰਾਂ ਦੀ ਖੋਟੀ ਸੰਗਤ ਕਰਦਾ ਨੂੰ ਚੋਰੀ ਦਾ ਰੰਗ ਚੜ ਜਾਂਦਾ। ਝੂਠਿਆਂ ਦੀ ਸੰਗਤ ਕਰਦਾ ਤੇ ਝੂਠ ਬੋਲਣ ਦਾ ਰੰਗ ਚੜ ਜਾਂਦਾ। ਪੈਰ ਪੈਰ ਤੇ ਕਦਮ ਕਦਮ ਤੇ ਝੂਠ ਬੋਲਦਾ। ਫਿਰ ਇੱਕ ਝੂਠ ਦੇ ਬਦਲੇ 100 ਝੂਠ ਬੋਲਦਾ ਇੱਕ ਨੂੰ ਛਪਾਉਣ ਦੇ ਵਾਸਤੇ। ਜਿਵੇਂ ਮਨੁੱਖ ਇੱਕ ਝੂਠ ਬੋਲ ਦੇਵੇ ਨਾ, ਤੇ ਇੱਕ ਨੂੰ ਛਪਾਉਣ ਦੇ ਵਾਸਤੇ ਸੈਂਕੜੇ ਝੂਠ ਬੋਲਣੇ ਪੈਂਦੇ ਆ। ਕਿੰਨਾ ਕਿੰਨਾ ਬਾਰ-ਬਾਰ ਝੂਠ ਹੀ ਬੋਲਦਾ ਰਹਿੰਦਾ ਤੇ ਪਾਪ ਕਰਮਾਂ ਦਾ ਭਾਰ ਚੜ੍ਹਦਾ ਰਹਿੰਦਾ। ਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਿੱਦਾਂ ਦਾ ਮਨੁੱਖ ਸੰਗਤ ਕਰਦਾ ਉਦਾਂ ਦਾ ਰੰਗ ਚੜ੍ਹਦਾ। ਤੇ ਸਾਧ ਸੰਗੇ ਨਾਮ ਰੰਗੇ। ਨਾਮ ਦਾ ਰੰਗ ਕਿਹਨਾਂ ਨੂੰ ਚੜ੍ਹਿਆ? ਜਿਨ੍ਹਾਂ ਨੇ ਮਹਾਰਾਜ ਦੀ ਪਿਆਰੀ ਸਾਧ ਸੰਗਤ ਵਿੱਚ ਜੁੜਨਾ ਕੀਤਾ। ਜੋ ਸਤਿਗੁਰੂ ਜੀ ਦੀ ਸਤ ਸੰਗਤ ਵਿੱਚ ਨੇਮ ਤੇ ਪ੍ਰੇਮ ਦੇ ਨਾਲ ਆ ਕੇ ਜੁੜਦੇ ਆ, ਤੇ ਇਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜਿਆ ਹੈ। ਰਣਜੀਤ ਵੱਡਾ ਅਖਾੜਾ। ਤੇ ਮਹਾਰਾਜ ਫਿਰ ਉਹਨਾਂ ਨੂੰ ਦਾਤ ਕੀ ਪ੍ਰਾਪਤ ਹੋਈ? ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਗਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਰਣਜੀਤ ਵੱਡਾ ਅਖਾੜਾ। ਰਣ ਕਹਿੰਦੇ ਨੇ ਜੰਗ ਦਾ ਮੈਦਾਨ। ਮੈਦਾਨੇ ਜੰਗ ਵੀ ਉਹਨਾਂ ਨੇ ਮਹਾਰਾਜ ਕਹਿੰਦੇ ਜਿੱਤ ਲਿਆ। ਵੱਡਾ ਅਖਾੜਾ, ਜਿਵੇਂ ਅਖਾੜਿਆਂ ਦੇ ਵਿੱਚ ਪਹਿਲਵਾਨ ਲੜਦੇ ਨੇ, ਕੁਸ਼ਤੀਆਂ ਕਰਦੇ ਆ, ਉਹ ਪਹਿਲਵਾਨ ਦੇ ਵਿੱਚ ਕੁਸ਼ਤੀਆਂ ਦੇ ਵਿੱਚ ਵੀ ਉਹਨਾਂ ਨੇ ਵੱਡੇ ਪਹਿਲਵਾਨ ਬਾਹੂਬਲੀ ਬਣ ਕੇ ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਹੈ। ਜਿਨ੍ਹਾਂ ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦਾ ਰੰਗ ਲਾ ਦਿੱਤਾ। ਰਣਜੀਤ ਵੱਡਾ ਅਖਾੜਾ। ਰਣ ਜੰਗ ਦਾ ਮੈਦਾਨ ਕੀ ਹੈ? ਸਾਧ ਸੰਗਤ ਜੀ ਵਿਕਾਰਾਂ ਰੂਪੀ ਦੁਸ਼ਮਣਾਂ ਦੀ ਫੌਜ ਹੈ, ਜਿਹਨੂੰ ਆਸੁਰੀ ਸੰਪਦਾ ਕਿਹਾ ਜਾਂਦਾ ਹੈ। ਤੇ ਜਿਸ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਰੰਗ ਚੜਿਆ,
ਤਿਨਾਂ ਨੇ ਸ਼ੁਭ ਗੁਣਾ ਰੂਪੀ ਦੇਵੀ ਸੰਪਦਾ ਰੂਪੀ ਫੌਜ ਨੂੰ ਆਪਣੇ ਵੱਲ ਕੀਤਾ ਹੈ। ਇੱਕ ਪਾਸੇ ਸ਼ੁਭ ਗੁਣਾਂ ਦੀ ਫੌਜ ਹੈ, ਦੂਸਰੇ ਪਾਸੇ ਆਸਰੀ ਸੰਪਦਾ ਵਿਕਾਰਾਂ ਦੀ ਫੌਜ ਹੈ। ਦੋਵਾਂ ਦੇ ਵਿੱਚ ਟਾਕਰਾ ਹੁੰਦਾ ਹੈ, ਜੰਗ ਹੁੰਦੀ ਹੈ। ਮੈਦਾਨੇ ਜੰਗ ਦੇ ਵਿੱਚ ਮਹਾਰਾਜ ਕਹਿੰਦੇ ਜਿੱਤ ਪ੍ਰਾਪਤ ਕਰ ਲੈਂਦੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹਿਆ ਹੁੰਦਾ ਹੈ। ਤੇ ਵੱਡਾ ਅਖਾੜਾ, ਸੰਸਾਰ ਰੂਪੀ ਵੱਡਾ ਅਖਾੜਾ ਰਚਿਆ ਪ੍ਰਮਾਤਮਾ ਨੇ, ਜਿਨ੍ਹਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਹਜੂਰ ਨੇ ਸ਼ਬਦ ਦਾ ਆਸਰਾ ਦੇ ਕਰਕੇ ਨਿਵਾਜਿਆ। ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀਆ, ਦਈਓ ਬੈਠਾ ਵੇਖੈ ਆਪ ਜੀਓ। ਵਾਤ ਵੱਜਨ ਟਮਕ ਭੇਰੀਆ, ਮਲ ਲੱਥੇ ਲੈਂਦੇ ਫੇਰੀਆ। ਨਿਹਤੇ ਪੰਜ ਜੁਵਾਨ ਮੈਂ, ਗੁਰਦਾਪੀ ਦਿੱਤੀ ਕੰਡ ਜੀਓ। ਜਿਹੜੇ ਨਾ ਜਿੱਤੇ ਜਾਣ ਵਾਲੇ ਵਿਕਾਰਾਂ ਰੂਪੀ ਜਵਾਨ ਸਨ, ਵੱਡੇ ਪਹਿਲਵਾਨ ਸਨ। ਮਹਾਰਾਜ ਨੇ ਸ਼ਬਦ ਦੀ ਥਾਪੜਾ ਦਿੱਤਾ ਨਾ, ਜਦੋਂ ਹਿਰਦੇ ਅੰਦਰ ਸ਼ਬਦ ਬਖਸ਼ਿਆ, ਇੰਨਾ ਬਲ ਪ੍ਰਾਪਤ ਹੋ ਗਿਆ ਕਿ ਪ੍ਰਬਲ ਜਿਹੜੇ ਵਿਕਾਰਾਂ ਰੂਪੀ ਵੱਡੇ ਪਹਿਲਵਾਨ ਸਨ, ਉਹਨਾਂ ਨੂੰ ਸੰਸਾਰ ਰੂਪੀ ਅਖਾੜੇ ਵਿੱਚ ਜਿੱਤ ਲਿਆ ਹੈ। ਜਿਹੜੇ ਕਿਸੇ ਤੋਂ ਵੀ ਢਹਿੰਦੇ ਨਹੀਂ ਸਨ, ਉਹਨਾਂ ਨੂੰ ਢਾਹਦੇ ਹੈ। ਕਿਸੇ ਦੇ ਵਸ ਵਿੱਚ ਨਹੀਂ ਸੀ ਹੁੰਦੇ, ਉਹਨਾਂ ਵਿਕਾਰਾਂ ਨੂੰ ਆਪਣੇ ਵਸੀਕਾਰ ਕਰ ਲਿਆ। ਜਦੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਤੇ ਨਾਮ ਦਾ ਰੰਗ ਚੜ੍ਹ ਦਿੰਦੇ ਹਨ। ਬਿਨਵੰਤ ਨਾਨਕ ਸਰਨ ਸੁਆਮੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੀ ਸ਼ਰਨ ਦੇ ਵਿੱਚ ਪਏ ਹਾਂ। ਜੋ ਗੁਰਮੁਖ ਪਿਆਰੇ ਪਰਮੇਸ਼ਰ ਦੀ ਸ਼ਰਨ ਧਾਰਨ ਕਰਦੇ ਹਨ। ਬਾਹੜ ਜਮ ਨਾ ਉਪਾੜਾ, ਬਾਹੜ ਦੁਬਾਰਾ ਉਹਨਾਂ ਨੂੰ ਜਮ ਉਪਾੜਦਾ ਨਹੀਂ ਹੈ, ਮਾਰਦਾ ਨਹੀਂ ਹੈ। ਆਪਣੇ ਵਸ ਵਿੱਚ ਕਰਕੇ ਉਹਨਾਂ ਦੀ ਜਿੰਦ ਕੱਢ ਕੇ ਨਹੀਂ ਲੈ ਕੇ ਜਾ ਸਕਦਾ। ਜੋ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਐਸੀ ਸ਼ਰਨ ਹੈ ਮਹਾਰਾਜ ਸਾਹਿਬ ਜੀ ਦੀ। ਹੇ ਗਰੀਬ ਨਵਾਜ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਮਹਾਰਾਜ ਜੀ ਆਪ ਜੀ ਦਾ ਧਰਮ ਹੈ, ਜੋ ਸ਼ਰਨ ਵਿੱਚ ਆਉਂਦਾ ਨੂੰ ਘੁੱਟ ਕੇ ਗਲ ਦੇ ਨਾਲ ਲਾ ਲੈਂਦੇ ਹੋ। ਤੇ ਜਿਹੜਾ ਸਤਿਗੁਰੂ ਜੀ ਦੇ ਗਲ ਦੇ ਨਾਲ ਲੱਗ ਜਾਂਦਾ ਹੈ, ਸਾਧ ਸੰਗਤ ਜੀ, ਉੱਥੇ ਜੰਮ ਭਲਾ ਕਿਵੇਂ ਉਹਨੂੰ ਫੜ ਕੇ ਲੈ ਕੇ ਜਾ ਸਕਦਾ ਹੈ। ਬਾਹੜ ਜਮ ਨਾ ਉਪਾੜਾ, ਉਪਾੜਾ ਜਿਵੇਂ ਪਾੜ ਕੇ ਜਿੰਦ ਨੂੰ ਪਾੜ ਕਰਕੇ ਸਰੀਰ ਨੂੰ, ਜਿੰਦ ਨੂੰ ਬਾਹਰ ਕੱਢ ਕੇ ਲੈ ਜਾਂਦਾ ਨਾ, ਗਲ ਵਿੱਚ ਫਾਹਾ ਪਾ ਕੇ। ਪਤਾ ਨਹੀਂ ਲੱਗਦਾ ਕਿਹੜੇ ਵੇਲੇ ਇਹ ਜਿੰਦ ਜਾਨ ਕੱਢ ਕਰਕੇ ਜੰਮ ਲੈ ਜਾਂਦੇ ਆ, ਕੋਈ ਨਹੀਂ ਪਤਾ ਚੱਲਦਾ। ਜੀਵਾਂ ਦੇ, ਪਰਿਵਾਰ ਦੇ, ਸਕੇ ਸੰਬੰਧੀਆਂ ਦੇ ਦੇਖਦਿਆਂ ਦੇਖਦਿਆਂ ਜਿੰਦ ਜਾਨ ਨੂੰ ਕੱਢ ਕੇ ਲੈ ਜਾਂਦੇ ਆ, ਪਰ ਜੀਵ ਨੂੰ ਪਤਾ ਹੀ ਨਹੀਂ ਚੱਲਦਾ। ਤੇ ਮਹਾਰਾਜ ਕਹਿੰਦੇ ਬਾਹੜ ਜਮ ਨਾ ਉਪਾੜਾ। ਹੇ ਜੀਵ, ਵਾਹਿਗੁਰੂ ਜੀ ਦੀ ਸ਼ਰਨ ਧਾਰਨ ਕਰ ਲੈ। ਜਿਹੜੇ ਬਾਰ-ਬਾਰ ਜਮ ਦੁੱਖ ਦਿੰਦੇ ਨੇ, ਤੇਰੀ ਜਿੰਦ ਨੂੰ ਕੱਢ ਕੇ ਲੈ ਜਾਂਦੇ, ਦੁਬਾਰਾ ਨਹੀਂ ਆ ਕਰਕੇ ਸਰੀਰ ਨੂੰ ਪਾੜ ਕੇ ਲੈ ਕੇ ਜਾ ਸਕਣਗੇ। ਪਰਮਾਤਮਾ ਦੀ ਸ਼ਰਨ ਧਾਰਨ ਕਰ ਲੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੇ ਨਾਲ ਜੁੜ ਜਾ। ਪਰਮਾਤਮਾ ਐਸੀ ਤੇਰੇ ਤੇ ਬਖਸ਼ਿਸ਼ ਕਰੇਗਾ, ਐਸਾ ਬਲ ਬਖਸ਼ੇਗਾ, ਐਸਾ ਨਾਮ ਦਾ ਪ੍ਰਤਾਪ ਬਖਸ਼ੇਗਾ, ਜਮ ਤੇਰੇ ਨੇੜੇ ਵੀ ਟੁਕ ਨਹੀਂ ਸਕਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਮੇਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰੂ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਸਾਧ ਸੰਗੇ ਨਾਮ ਰੰਗੇ, ਰਾਣ ਜੀਤ ਵੱਡਾ ਅਖਾੜਾ। ਬਿਨਵੰਤ ਨਾਨਕ ਸਰਨ ਸੁਆਮੀ, ਬਾਹੜ ਜਮ ਨਾ ਉਪਾੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।